श्री नानक पाद पंकज बंदन, पाद पंकज बंदन। श्री अर्जन विघ्नन के नाशक, विघ्नन के नाशक। हर गोबिंद शुभ सुमत प्रकाशक। श्री हर राय जी नमो कर जोरी नमो। श्री हर कृष्ण मनावों बहोरी। गुरु तेग बहादुर साहिब जी परम कृपाला जी परम। श्री गुरु गोबिंद सिंह विशाला। धरों धरा पर पुन पुन सीसा जी पुन। बंदों बार बार जगदीसा। मैं अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु ते प्रसाद सच होए। वाहिगुरु जी की फतेह है। विघ्न विनाशन सोए। जय डिठे मन तीरिय किल विख वंजन दूरे। सो क्यों विसरै माओ मैं जो रहा भरपूरे। सो क्यों विसरै माओ मैं जो रहा भरपूरे। सतनाम श्री वाहिगुरु साहिब जी। वाह वाह। कहयो वाक सो पलटह नाही। पीली ईट ताहे बिक जाही। वाह। जिम पाकी ते धन को पावै। तथा बिकह रण सब उतरावै। सलमान आवर साहिब कमाल बारगाहे इनायत के मालक, कलयुगी जीवों के उद्धार करता, साहिबे सहाबा जोत रूप हर आप। महिमा दे मालक तन तन गुरु पिता श्री गुरुदेव गुरु गोबिंद सिंह साहिब जी दे महान बरकतमयी इनायतमयी श्री चरण कमलां च विराजमान गुरु प्यारी साध संगत। गुरुदेव जी दी महान इनायत दा सदका ਸਾਡੇ ਸਾਰਿਆਂ ਦੇ ਸਿਰ ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ। ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਇਹ ਸ਼ਾਮ ਅਜੀਜ਼ੁਲ ਨਵਾਜ਼ ਗਨੀਮੁਲ ਖਰਾਜ਼ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਗੁਰਮੁਖਾਂ ਕੋਲੋਂ ਹਰ ਕੀਰਤ ਹਮਰੀ ਰਹਿਰਾਸ
ਤੋਂ ਪੇਸ਼ਤਰ ਸੋਦਰ ਚੌਂਕੀ ਦੇ ਸ਼ਬਦ ਗਾਇਨ, ਆਰਤੀ ਆਰਤਾ ਅਰਦਾਸਾਂ ਬੇਨਤੀਆਂ ਜੋਦੜੀਆਂ, ਫਿਰ ਮਹਾਰਾਜ ਦੇ ਹੁਕਮਨਾਮੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੈ। ਸਾਹਿਬ ਜੀ ਦੇ ਹੁਕਮਨਾਮੇ ਆਪ ਨੇ ਝੋਲੀ 'ਚ ਪਵਾਏ ਹਨ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਜੀਵਨ ਵਾਲੇ ਗੁਰਸਿੱਖਾਂ ਦੇ ਬੋਲ, ਜੋ ਉਹਨਾਂ ਨੇ ਆਪਣੇ ਜੀਵਨ ਦੀਆਂ ਸਮੱਸਿਆਵਾਂ ਔਰ ਨਾ ਸਮਝ ਵਿੱਚ ਆਉਣ ਵਾਲੀਆਂ ਵਿਚਾਰਾਂ ਸਮਝਣ ਦਾ ਯਤਨ ਕਰਦਿਆਂ ਗੁਰੂਦੇਵ ਸਾਹਿਬ ਜੀ 'ਤੇ ਸਵਾਲ ਕੀਤੇ। ਉਹਨਾਂ ਸਵਾਲਾਂ ਦੇ ਜਵਾਬ ਸਾਹਿਬ ਗੁਰੂਦੇਵ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਿੱਤੇ। 10 ਗੁਰੂ ਜਾਮਿਆਂ ਬਾਰੇ ਹੀ ਮਹਾਰਾਜ ਜੀਆਂ 'ਤੇ ਸਵਾਲ ਆਉਂਦੇ ਰਹੇ ਔਰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮਹਾਰਾਜ ਪ੍ਰਦਾਨ ਕਰਦੇ ਰਹੇ। ਇਹ ਸਾਰੀ ਵਿਚਾਰ ਸਰਵਣ ਕਰ ਸਕੀਏ ਪੇਸ਼ਤਰ ਇੱਕ ਦਫਾ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦਾ ਪਹਿਲਾ ਜਾਮਾ ਦੇਖੀਏ, ਜਿੱਥੇ ਆਪ ਪਧਾਰੇ ਨੇ ਉੱਥੇ ਹੀ ਸਵਾਲ ਮਹਾਰਾਜ ਤੇ ਕੀਤੇ ਗਏ। ਜਨੇਊ ਤੋਂ ਲੈ ਕੇ ਜੋਤੀ ਜੋਤ ਸਮਾਣ ਤੱਕ ਮਹਾਰਾਜ ਜੀ ਤੇ ਸਵਾਲਾਂ ਦੀ ਸਹਿਬਰ ਲਾਈ ਗਈ। ਕਿਧਰੇ ਕਰਮ ਕਾਂਡੀਆਂ ਦੇ ਸਵਾਲ, ਕਿਧਰੇ ਯੋਗੀਆਂ ਮਹਾਯੋਗੀਆਂ ਦੇ ਸਵਾਲ, ਕਿਧਰੇ ਵਲੀ ਕੰਧਾਰੀਆਂ ਦੇ, ਪੀਰਾਂ ਦਸਤਗੀਰਾਂ ਦੇ ਸਵਾਲ। ਹਰ ਜਗ੍ਹਾ ਮਹਾਰਾਜ ਜੀ ਤੇ ਸਵਾਲ ਹੀ ਕੀਤੇ ਗਏ। ਕਿਧਰੇ ਕਿਧਰੇ ਮੂਕ ਸਵਾਲ ਵੀ ਕੀਤੇ ਗਏ, ਬੋਲਿਆ ਕੁਛ ਨਹੀਂ ਪਰ ਸਵਾਲ ਕੀਤਾ। ਜੈਸੇ ਮੁਲਤਾਨ ਦੇ ਮੇਲੇ ਮੌਕੇ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਤੇ ਸਾਹਿਬ ਜੀਆਂ ਨੇ ਮੁਸਕਰਾਉਂਦਿਆਂ ਹੋਇਆਂ ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ। ਪਾਰ ਬ੍ਰਹਮ ਪਰਮੇਸ਼ਰ ਜੋਤ ਗੁਰੂ ਨਾਨਕ ਦੇਵ ਜੀ ਨੇ ਹਰ ਸਵਾਲ ਦਾ ਜਿਸ ਫੋਰਮ ਵਿੱਚ ਸਵਾਲ ਆਇਆ ਉਸੇ ਫੋਰਮ 'ਚ ਜਵਾਬ ਦਿੱਤਾ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਤੇ ਅਨੇਕਾਂ ਸਵਾਲ, ਗੁਰੂ ਅਮਰਦਾਸ ਮਹਾਰਾਜ ਜੀ ਤੇ। ਇਸ ਤਰ੍ਹਾਂ ਸਾਹਿਬ ਜੀ ਦੇ 10 ਜਾਮੇ ਦੇਖੀਏ ਤੇ ਸਵਾਲ ਹੀ ਸਵਾਲ, ਸਵਾਲ ਹੀ ਸਵਾਲ ਲੋਕਾਂ ਨੇ ਕੀਤੇ। ਪਰ ਮਹਾਨ ਵਡਿਆਈ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਹਰ ਥਾਂ, ਹਰ ਵੇਲੇ ਤੇ ਹਰ ਇੱਕ ਦੇ ਸਵਾਲ ਦਾ ਜਵਾਬ ਹੀ ਦਿੱਤਾ। ਮਹਾਰਾਜ ਨੇ ਕਿਸੇ ਤੇ ਸਵਾਲ ਨਹੀਂ ਕੀਤਾ। ਪਰ ਇਹ ਜਿਹੜੇ ਸਵਾਲ ਨੇ ਗੁਰਸਿੱਖਾਂ ਦੇ, ਇਹ ਅਧਿਆਤਮਕ ਜੀਵਨ ਨਾਲ ਸੰਬੰਧਿਤ ਨੇ, ਗੁਰਮਤਿ ਦੇ ਪ੍ਰਚਾਰ ਪ੍ਰਸਾਰ ਨਾਲ ਸੰਬੰਧਿਤ ਨੇ, ਗੁਰਮਤਿ ਦੀ ਵਜ਼ਾਹਤ ਨਾਲ ਸੰਬੰਧਿਤ ਨੇ। ਗੁਰਸਿੱਖਾਂ ਦੇ ਮਹਾਨ ਜੀਵਨ ਤੇ ਮਹਾਨ ਸੁਭਾਅ ਨੂੰ ਪ੍ਰਗਟਾਉਂਦੇ ਹੋਏ ਸਵਾਲ ਹਨ। ਇਹ ਸਵਾਲ ਕੋਈ ਮਹਾਰਾਜ ਜੀ ਤੇ ਸ਼ੰਕਾ ਨਹੀਂ ਹੈ ਵੀ ਸਤਿਗੁਰੂ ਜੀ ਦੇ ਤਰਜ਼ੇ ਜ਼ਿੰਦਗੀ ਤੇ, ਰੋਜ਼ਮर्रा ਦੀ ਜ਼ਿੰਦਗੀ ਤੇ ਕੋਈ ਉਹਨਾਂ ਤੇ ਕੋਈ ਪਰਸਨਲ ਉਹਨਾਂ ਦੀ ਸ਼ਖਸੀਅਤ ਤੇ ਕੋਈ ਸਵਾਲ ਐਸਾ ਨਹੀਂ, ਬਲਕਿ ਸਵਾਲ ਇਸ ਤਰ੍ਹਾਂ ਹੀ ਨੇ ਜਿਵੇਂ ਇੱਕ ਲਾਇਕ ਵਿਦਿਆਰਥੀ
ਜੋ ਨੁਕਤਾ ਸਮਝ ਨਾ ਆਵੇ ਆਪਣੇ ਟੀਚਰ ਤੇ ਸਵਾਲ ਕਰਦਾ ਬਈ ਮਾਸਟਰ ਜੀ ਇਹ ਮੈਨੂੰ ਦੱਸ ਦਿਓ, ਇਹ ਮੇਰਾ ਮਸਲਾ ਹੱਲ ਕਰ ਦਿਓ। ਇਸ ਢੰਗ ਦੇ ਸਵਾਲ ਹਨ। ਕੱਲ ਤੱਕ ਆਪਨੇ ਸਰਵਣ ਕੀਤਾ ਵੀ ਭਾਈ ਲੱਧਾ ਜੀ ਪਰਉਪਕਾਰੀ ਭਾਈ ਲੱਖੂ ਜੀ ਦੇ ਕੋਲ ਆਏ ਤੇ ਆਖਿਆ ਤੁਸੀਂ ਬਚਨ ਕੀਤਾ ਬਈ ਬੁੱਧੂ ਦਾ ਆਵਾ ਕੱਚਾ ਰਹਿ ਜਾਏਗਾ, ਇਹ ਬਚਨ ਵਾਪਸ ਲੈ ਲਓ ਤੇ ਉਸ ਦਾ ਆਵਾ ਪੱਕ ਜਾਏ। ਬੜਾ ਕਰਜ਼ਦਾਰ ਹੈ, ਬੜਾ ਕਰਜ਼ਾ ਉਸ ਤੇ ਚੜਿਆ ਹੋਇਆ। ਬੜੇ ਸੋਹਣੇ ਬੋਲ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ। ਇੱਕ ਪੰਕਤੀ ਸਾਰੇ ਮਿਲ ਕੇ ਪਹਿਲੇ ਸਰਵਣ ਕਰੀਏ ਤੇ ਫਿਰ ਅੱਗੇ ਚੱਲ ਸਕੀਏ। ਪੇਸ਼ਤਰ ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਹੀ ਆਖੋ ਜੀ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ। ਪਕਹਿ ਪਚਾਵਾ ਕਰ ਬਰ ਕੋ ਦੀਜੈ। ਭਾਈ ਲੱਧਾ ਜੀ ਪਰਉਪਕਾਰੀ ਕਹਿਣ ਲੱਗੇ ਕਿ ਭਾਈ ਲੱਖੂ ਜੀ ਤੁਸੀਂ ਵਰਦਾਨ ਦੇ ਦਿਓ। ਉਹ ਜਿਹੜਾ ਬਚਨ ਤੁਸੀਂ 3 ਵਾਰੀ ਕਿਹਾ ਬਈ ਆਵਾ ਕੱਚਾ ਰਹੇਗਾ, ਕੱਚਾ ਰਹੇਗਾ, ਉਹ ਪਕਾ ਦੇਵੋ ਆਵਾ। ਇਹਦਾ ਮਤਲਬ ਹੈ ਵੀ ਗੁਰਸਿੱਖਾਂ ਦੀ ਜ਼ਬਾਨ 'ਚ ਵੀ ਬਲ ਹੁੰਦਾ ਹੈ, ਤੇ ਬਲ ਤਾਂ ਹੀ ਹੁੰਦਾ ਹੈ ਕਿਉਂਕਿ ਗੁਰੂ ਉਹਨਾਂ ਨੂੰ ਆਪਣਾ ਲਾਡਲਾ ਬੱਚਾ ਸਮਝਦਾ ਹੈ ਵੀ ਮੇਰੇ ਲਾਡਲੇ ਸਪੁੱਤਰ ਹਨ। ਇਤਨਾ ਪਿਆਰ ਮਾਤਾ ਪਿਤਾ ਵੀ ਬਾਲਕ ਨੂੰ ਨਹੀਂ ਕਰ ਸਕਦੇ ਜਿਤਨਾ ਗੁਰੂ ਆਪਣੇ ਸਿੱਖ ਨੂੰ ਪਿਆਰ ਕਰਦਾ ਹੈ। ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਬੋਲ ਹਨ। ਗੁਸਾਈ ਮਹਿੰਡਾ ਇਠੜਾ ਅੰਮ ਅੱਬੇ ਥਾਵੋਂ ਮਿੱਠੜਾ। ਜੇ ਗੁਰੂ ਅਰਜਨ ਦੇਵ ਸਾਹਿਬ ਚਾਹੁੰਦੇ ਤਾਂ ਕੋਲ ਬੁਲਾ ਕੇ ਲੱਖੂ ਜੀ ਨੂੰ ਕਹਿ ਸਕਦੇ ਸਨ ਬਈ ਲੱਖੂ ਕੋਈ ਗੱਲ ਨਹੀਂ, ਇਹਦਾ ਆਵਾ ਪੱਕ ਜਾਣਾ ਹੈ। ਅਰਦਾਸ ਕੀਤੀ, ਅਸੀਂ ਖੁਦ ਕਿਹਾ ਆਵਾ ਪੱਕੇਗਾ। ਪਰ ਸਾਹਿਬ ਜੀ ਨੇ ਆਪਣੇ ਸਿੱਖ ਦੀ ਵਡਿਆਈ ਨੂੰ ਪ੍ਰਗਟ ਕਰਨ ਲਈ, ਸਿੱਖ ਦਾ ਮਾਣ ਸਨਮਾਨ ਵਧਾਉਣ ਲਈ, ਸਿੱਖ ਦੀ ਇੱਜ਼ਤ ਅਫਜ਼ਾਈ ਕਰਨ ਵਾਸਤੇ, ਹੌਸਲਾ ਅਫਜ਼ਾਈ ਕਰਨ ਵਾਸਤੇ ਬੁੱਧੂ ਸ਼ਾਹ ਨੂੰ ਕਹਿ ਦਿੱਤਾ ਵੀ ਗੱਲ ਇਹ ਹੈ ਬੁੱਧੂਆ ਹੁਣ ਜੋ ਮਰਜ਼ੀ ਕਰ ਲਈਏ ਆਵਾ ਤਾਂ ਕੱਚਾ ਹੀ ਰਹਿਣਾ। ਕਿਉਂਕਿ ਭਾਈ ਲੱਖੂ ਨੇ ਕਹਿ ਦਿੱਤਾ ਹੈ। ਭਾਈ ਬੁੱਧੂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਠੀਕ ਹੈ, ਲੱਖੂ ਤੁਹਾਡਾ ਸਿੱਖ ਹੈ, ਡੰਗਰ ਚਾਰਨ ਵਾਲਾ, ਕੰਮਕਾਰ ਕਰਨ ਵਾਲਾ, ਖੇਤੀਬਾੜੀ ਕਰਨ ਵਾਲਾ, ਸਾਰਾ ਦਿਨ ਮਿੱਟੀਓ ਮਿੱਟੀ ਹੋਇਆ ਰਹਿੰਦਾ। ਮਹਾਰਾਜ ਤੁਹਾਡੇ ਨਾਲ ਉੱਤੇ ਥੋੜ੍ਹੀ ਹੈ, ਤੁਸੀਂ ਆਪ ਬੈਠੇ ਹੋ ਤੇ ਇਹਦੇ ਆਖਣ ਨਾਲ ਕਿਵੇਂ ਕੱਚਾ ਰਹਿ ਸਕਦਾ। ਮਹਾਰਾਜ ਕਹਿਣ ਲੱਗੇ ਇਹਦੇ ਜੋ ਆਖ ਦਿੱਤਾ ਉਹ ਦਰਗਾਹ ਵਿੱਚ ਫੇਰਿਆ ਨਹੀਂ ਜਾ ਸਕਦਾ। ਜੋ ਇਹਦੀ ਜ਼ਬਾਨ ਤੋਂ ਨਿਕਲ ਗਿਆ ਮੈਂ ਉਸ ਨੂੰ ਨਹੀਂ ਫੇਰ ਸਕਦਾ। ਮਹਾਰਾਜ ਜੀ ਦੇ ਬਚਨ ਵੀ ਹਨ ਬਈ ਮੇਰੀ ਬੰਦੀ ਭਗਤ ਛੁਡਾਵੈ, ਬੰਧੈ ਭਗਤ ਨਾ ਛੁਟੈ ਮੋਹਿ। ਏਕ ਸਮੈ ਮੋਕੋ ਗਹਿ ਬੰਧੈ, ਤੋਫਨ ਮੋਪੈ ਜਵਾਬ ਨਾ ਹੋਏ। ਪਾਰ ਬ੍ਰਹਮ ਪਰਮੇਸ਼ਰ ਨੂੰ ਭਗਤ ਵਸ ਕਰ ਲੈਂਦੇ ਨੇ, ਪਿਆਰ ਵਿੱਚ ਵਸ ਹੋ ਜਾਂਦਾ। ਵਸ ਕੀਤਾ ਹੋਂ ਤੁਝ ਅੱਜ, ਜਿਵੇਂ ਧੰਨੇ ਨੂੰ ਪਰਮਾਤਮਾ ਨੇ ਕਿਹਾ ਬਈ ਸਾਰਾ ਜਗਤ ਮੇਰੇ ਵਸ ਹੈ, ਤੂੰ ਮੈਨੂੰ ਵਸ ਕਰ ਲਿਆ। ਸਭ ਕੋ ਤੇਰੇ ਵਸ, ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤੂੰ ਆਪਣੇ ਭਗਤਾਂ ਦੇ ਵਸ ਵਿੱਚ ਹੈਗਾ ਹੈ, ਉਹਨਾਂ ਨੂੰ ਤੇਰਾ ਹੀ ਬਖਸ਼ਿਆ ਹੋਇਆ ਤਾਣ, ਤੇਰਾ ਹੀ ਬਖਸ਼ਿਆ ਹੋਇਆ ਮਾਣ ਮਿਲਿਆ। ਔਰ ਇਸ ਨੁਕਤੇ ਨੂੰ ਸਮਝਦੇ ਵਿਰਲੇ ਵਿਰਲੇ ਨੇ। ਤੇ ਭਾਈ ਲੱਧੂ ਜੀ ਦਾ ਹਿਰਦਾ ਪਰਉਪਕਾਰੀ ਹੈ। ਲੱਗਦਾ ਉਸਨੇ ਸ਼ਾਇਦ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਵੀ ਕਿਹਾ ਹੋਵੇ ਕਿ ਸੱਚੇ ਪਾਤਸ਼ਾਹ ਬੁੱਧੂ ਦਾ ਕਸੂਰ ਕੋਈ ਹੈ ਨਹੀਂ, ਬਸ
ਉਹਦੇ ਚੌਂਕੀਦਾਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਤੇ ਆਪ ਕਿਰਪਾ ਕਰਦੇ ਹੋ ਤੇ ਸਤਿਗੁਰੂ ਜੀ ਨੇ ਤਾਂ ਹੀ ਪ੍ਰੇਰਿਆ ਨਾ ਵੀ ਲੱਖੂ ਜੀ ਕੋਲ ਚਲਾ ਜਾ। ਇੱਥੇ ਬਚਨ ਆਇਆ ਬਈ ਗੁਰੂ ਅਰਜਨ ਦੇਵ ਜੀ ਦੀ ਪ੍ਰੇਰਨਾ ਦਾ ਸਦਕਾ। ਇਹਦਾ ਮਤਲਬ ਹੈ ਇਸਨੇ ਪ੍ਰਾਰਥਨਾ ਮਹਾਰਾਜ ਨੂੰ ਕੀਤੀ ਹੋਵੇਗੀ ਵੀ ਉਹਦਾ ਆਵਾ ਮਹਾਰਾਜ ਪਕਾ ਦੇਵੋ। ਸ਼ਾਇਦ ਉਹਨੇ ਪਹੁੰਚ ਵੀ ਕੀਤੀ ਹੋਵੇ ਭਾਈ ਲੱਦਾ ਜੀ ਕੋਲ, ਬਈ ਮੇਰਾ ਆਵਾ ਪਕਾ ਦੇਵੋ, ਤੁਸੀਂ ਪਰਉਪਕਾਰੀ ਹੋ। ਤੇ ਉਸਨੇ ਆਪਣੇ ਪਰਉਪਕਾਰੀ ਸੁਭਾਅ ਮੁਤਾਬਕ ਮਹਾਰਾਜ ਨੂੰ ਪ੍ਰਾਰਥਨਾ ਕੀਤੀ ਹੋਵੇ ਤੇ ਸਤਿਗੁਰੂ ਜੀ ਨੇ ਕਿਹਾ ਹੋਵੇ ਕਿ ਭਾਈ ਇਹ ਕੰਮ ਤਾਂ ਲੱਖੂ ਹੀ ਕਰ ਸਕਦਾ ਹੈ, ਲੱਖੂ ਕੋਲ ਚਲੇ ਜਾਓ। ਪ੍ਰੇਰਨਾ ਸਦਕਾ ਸ੍ਰੀ ਗੁਰੂ ਪ੍ਰੇਰਿਓ ਆਇਓ ਤਹਾਂ ਆ ਕੇ ਪ੍ਰਾਰਥਨਾ ਕੀਤੀ। ਸ੍ਰੀ ਗੁਰੂ ਪ੍ਰੇਰਿਓ ਲੱਧਾ ਗਇਓ। ਭਾਈ ਲੱਧਾ ਪਰਉਪਕਾਰੀ ਮਹਾਰਾਜ ਜੀ ਦੀ ਪ੍ਰੇਰਨਾ ਕਰਕੇ ਗਿਆ। ਇਹਦਾ ਮਤਲਬ ਮਹਾਰਾਜ ਜੀ ਤੇ ਉਸਨੇ ਸਵਾਲ ਕੀਤਾ ਹੋਵੇਗਾ। ਕਿੰਨੇ ਸੋਹਣੇ ਬਚਨ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਕਿ ਭਾਈ ਲੱਧਾ ਪਰਉਪਕਾਰੀ ਲੱਖੂ ਕੋ ਪ੍ਰਸੰਨ ਕਰ ਲਿਓ। ਫਿਰ ਭਾਈ ਲੱਖੂ ਜੀ ਦੀ ਸੇਵਾ ਕੀਤੀ, ਪ੍ਰੇਮ ਦੇ ਬੋਲ ਬੋਲੇ। ਹੋ ਸਕਦਾ ਚਰਨ ਵੀ ਝੱਸੇ ਹੋਵਣ। ਪਰਉਪਕਾਰੀ ਇਸ ਤਰ੍ਹਾਂ ਪਰਉਪਕਾਰ ਕਰਦੇ। ਬੜੇ ਪ੍ਰਸੰਨ ਹੋਏ ਭਾਈ ਲੱਖੂ। ਕਿਹਾ ਬਹੁਤ ਸੇਵਾ ਤੁਹਾਡੀ ਭਾਈ ਸਾਹਿਬ, ਬਹੁਤ ਪਿਆਰ ਤੁਹਾਡਾ, ਤੁਹਾਡੀ ਸੇਵਾ ਗੁਰੂ ਨੂੰ ਪ੍ਰਵਾਨ ਹੋ ਜਾਏ। ਮੈਂ ਦੇਖਿਆ ਕੁਝ ਪਰਿਵਾਰ ਗੁਰਸਿੱਖਾਂ ਨੂੰ ਘਰ ਬੁਲਾ ਕੇ ਲੰਗਰ ਛਕਾਉਣਗੇ, ਸੇਵਾ ਕਰਨਗੇ ਤੇ ਉਹ ਫਿਰ ਅਰਦਾਸ ਕਰਦੇ ਨੇ ਵੀ ਤੁਹਾਡੀ ਕੀਤੀ ਹੋਈ ਸੇਵਾ ਦਰਗਾਹ ਥਾਂ ਪੈ ਜਾਏ। ਇਹ ਪੁਰਾਤਨ ਮਰਿਆਦਾ ਚੱਲੀ ਆ ਰਹੀ ਹੈ। ਤੇ ਭਾਈ ਲੱਖੂ ਜੀ ਨੂੰ ਪ੍ਰਸੰਨ ਕਰਕੇ ਭਾਈ ਲੱਧਾ ਜੀ ਨੇ ਕਿਹਾ ਬਈ ਪੱਕੇ ਪਚਾਵਾ ਬਰ ਕੋ ਦੀਜੈ, ਕਿਰਪਾ ਕਰੋ ਗੁਰਸਿੱਖ ਮਕਸਸ ਕਰੋ ਭਾਈ ਬੁੱਧੂ ਜੀ ਦਾ ਆਵਾ ਪੱਕ ਜਾਏ। ਉਹ ਬੜਾ ਕਰਜ਼ਾਈ ਹੈਗਾ ਹੈ। ਇਸ ਢੰਗ ਦੇ ਨਾਲ ਬਚਨ ਚੱਲ ਰਹੇ ਹਨ। ਭਾਈ ਸਾਹਿਬ ਭਾਈ ਲੱਖੂ ਜੀ ਨੂੰ ਕਿਹਾ ਬਈ ਤੁਸੀਂ ਆਪਣਾ ਬਚਨ ਵਾਪਸ ਲੈ ਲਓ ਤੇ ਹੁਣ ਕਹਿ ਦਿਓ ਬਈ ਆਵਾ ਪੱਕ ਜਾਏ। ਤੇ ਅੱਗੋਂ ਭਾਈ ਲੱਖੂ ਜੀ ਨੇ ਜੋ ਆਖਿਆ ਸਰਵਣ ਕਰੀਏ। ਕਹਿਓ ਵਾਕ ਸੋ ਪਲਟਹਿ ਨਾਹੀ। ਭਾਈ ਲੱਖੂ ਜੀ ਕਹਿਣ ਲੱਗੇ ਜੋ ਮੈਂ ਅੱਗੇ ਆਖਿਆ ਸੀ ਉਹ ਵੀ ਆਪਣੇ ਕੋਲੋਂ ਨਹੀਂ ਆਖਿਆ। ਗੁਰੂ ਜਿਹੜਾ ਹੈ ਨਾ ਉਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ। ਲੋਹ ਤੇ ਬੈਠਣਾ ਬਰਦਾਸ਼ਤ ਸਤਿਗੁਰੂ ਜੀ ਨੇ ਕੀਤਾ। ਪੈਦਲ ਚੱਲਣਾ ਬਰਦਾਸ਼ਤ ਗੁਰੂ ਕਰ ਲੈਂਦਾ ਹੈ। ਸ਼ਾਇਦ ਭਾਈ ਵਿਚਾਰ ਕੇ ਦੇਖੀਏ ਤੇ ਵਲੀ ਕੰਧਾਰੀ ਜੇ ਗੁਰੂ ਨਾਨਕ ਨੂੰ ਪਾਣੀ ਨਾ ਦਿੰਦਾ ਤੇ ਸ਼ਾਇਦ ਉਹਦਾ ਪਾਣੀ ਮੁੱਕਦਾ ਨਾ। ਪਰ ਭਾਈ ਮਰਦਾਨੇ ਨੂੰ ਪਾਣੀ ਨਹੀਂ ਦਿੱਤਾ ਤੇ ਸਾਰਾ ਪਾਣੀ ਮੁੱਕ ਗਿਆ। ਆਪ ਵੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਫਿਰ ਵੀ ਸਿਆਣਾ ਨਿਕਲਿਆ ਬਈ ਮਹਾਰਾਜ ਨੂੰ ਕਿਹਾ ਮੈਨੂੰ ਬਖਸ਼ ਲਓ, ਮੇਰੇ ਤੇ ਕਿਰਪਾ ਕਰ ਦਿਓ। ਗੁਰੂ ਪਾਤਸ਼ਾਹ ਨੂੰ ਸਿੱਧਾ ਸਿੱਧਾ ਕੋਈ ਕੁਝ ਆਖੇ ਤਾਂ ਗੁਰੂ ਬਰਦਾਸ਼ਤ ਕਰ ਲੈਂਦਾ ਹੈ, ਪਰ ਜੇ ਗੁਰੂ ਦੇ ਸਿੱਖਾਂ ਨੂੰ ਕੋਈ ਕੁਝ ਆਖੇ ਫਿਰ ਗੁਰੂ ਨਹੀਂ ਬਰਦਾਸ਼ਤ ਕਰਦਾ। ਜਿਵੇਂ ਮਾਂ ਹੈ ਨਾ, ਮਾਂ ਨੂੰ ਕੋਈ ਕਸ਼ਟ ਆਵੇ ਤੇ ਬਰਦਾਸ਼ਤ ਕਰ ਲੈਂਦੀ ਹੈ, ਪਰ ਬੱਚੇ ਨੂੰ ਕੋਈ ਕਸ਼ਟ ਆਵੇ ਤੇ ਮਾਂ ਰੋਣ ਲੱਗ ਪੈਂਦੀ ਹੈ। ਮਾਂ ਅਗਲੇ ਦਾ ਜਿਸ ਵੇਲੋਂ ਕਸ਼ਟ ਪਹੁੰਚਿਆ ਹੋਵੇ, ਭਾਵੇਂ ਮਜਬੂਰੀ 'ਚ ਕੁਝ ਨਾ ਕਰ ਸਕੇ, ਪਰ ਉਹਦਾ ਸਭ ਕੁਝ ਤਬਾਹ ਕਰਨ ਤੱਕ ਤਿਆਰ ਹੋ ਜਾਂਦੀ, ਕਿਉਂਕਿ ਮਮਤਾ ਹੈ। ਪਾਰ ਬ੍ਰਹਮ ਪਰਮੇਸ਼ਰ ਵਿੱਚ ਵੀ ਸਿੱਖ ਪ੍ਰਤੀ, ਸੇਵਕ ਪ੍ਰਤੀ, ਭਗਤ ਪ੍ਰਤੀ ਮਮਤਾ ਹੈ। ਬੰਧਨ ਨਹੀਂ ਹੈ ਕੋਈ, ਪਰ ਮਮਤਾ ਹੈ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਭਾਈ ਲੱਖੂ ਜੀ ਕਹਿਣ ਲੱਗੇ ਅੱਗੇ ਵੀ ਜੋ ਮੈਂ ਕਿਹਾ ਉਹ ਮੈਂ ਨਹੀਂ ਕਿਹਾ, ਗੁਰੂ ਨਹੀਂ ਕਰਾਇਆ। ਕਹਿਓ ਵਾਕ ਸੋ ਪਲਟਹਿ ਨਾਹੀ।
ਉਹ ਜਿਹੜਾ ਬਚਨ ਹੋ ਗਿਆ ਉਹ ਹੁਣ ਵਾਪਸ ਨਹੀਂ ਹੋ ਸਕਦਾ। ਪੀਲੀ ਈਟ ਤਾਹੇ ਬਿਕ ਜਾਹੀ। ਪਰ ਨਾਲ ਸਤਿਗੁਰੂ ਜੀ ਦਾ ਆਪਣਾ ਹੀ ਬਚਨ ਹੈ ਬਈ ਕੱਚੀਆਂ ਪੱਕਿਆਂ ਦੇ ਭਾਅ ਵਿਕ ਜਾਣਗੇ। ਇਸ ਲਈ ਤੁਸੀਂ ਚਿੰਤਾ ਨਾ ਕਰੋ, ਗੁਰੂ ਦੀ ਖੇਡ ਹੈ। ਪਿੱਲੀ ਈਟ, ਇਹ ਪੀਲੀ ਨਾ ਸਮਝ ਲੈਣਾ। ਪਿੱਲੀ ਦਾ ਮਤਲਬ ਹੁੰਦਾ ਜਿਹੜੀ ਥੋੜੀ ਕੱਚ ਪਿੱਲ ਜਿਹਦੇ ਵਿੱਚ ਹੁੰਦੀ ਹੈ, ਉਹਨੂੰ ਪਿੱਲਾ ਕਹਿ ਦਿੰਦੇ। ਅੱਬਲ, ਦੋਮ, ਸੇਮ, ਪਿੱਲਾ, ਈਟਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਹੁੰਦੀਆਂ ਨੇ। ਵਧੀਆ ਪੱਕੀ ਹੋਵੇ, ਕੜਕ ਇੱਟ ਹੋਵੇ ਤੇ ਇੱਕ ਦੂਜੇ ਨੂੰ ਟਕਰਾਉਣ ਨਾਲ ਵਿੱਚੋਂ ਆਵਾਜ਼ ਆਉਂਦੀ ਹੋਵੇ, ਉਹਨੂੰ ਅੱਬਲ ਕਹਿ ਦਿੰਦੇ ਨੇ। ਫਿਰ ਦੋਮ, ਉਸ ਤੋਂ ਥੋੜੀ ਜਿਹੀ ਘੱਟ ਪੱਕੀ ਹੋਈ ਦੋਮ, ਫਿਰ ਸੇਮ, ਤੇ ਫਿਰ ਇਸ ਢੰਗ ਦੇ ਨਾਲ ਪਿੱਲੀ ਆ ਜਾਂਦੀ ਹੈ। ਫਿਰ ਉਸ ਤੋਂ ਬਾਅਦ ਕੱਖ ਹੁੰਦਾ ਨਹੀਂ। ਭਾਵ ਮਾੜੀ ਤੋਂ ਮਾੜੀ ਇੱਟ ਵੀ ਜੇ ਉਸ ਦੀ ਹੋਵੇਗੀ ਤੇ ਸਤਿਗੁਰੂ ਜੀ ਦਾ ਬਚਨ ਹੈ, ਉਹ ਮਹਿੰਗੇ ਭਾਅ ਵਿਕ ਜਾਏਗੀ। ਜਿਮ ਪਾਕੀ ਤੇ ਧਨ ਕੋ ਪਾਵੈ। ਭਾਈ ਲੱਦਾ ਜੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਸਦਕਾ, ਇਹ ਦੇਖੋ ਦੋ ਤਰਫਾ ਪਿਆਰ ਇਸ ਨੂੰ ਕਹਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਲੱਖੋਂ ਨੇ ਕਹਿ ਦਿੱਤਾ ਮੈਂ ਨਹੀਂ ਪਲਟ ਸਕਦਾ, ਤੇ ਭਾਈ ਲੱਖੂ ਕਹਿੰਦੇ ਨੇ ਜੋ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਜੇ ਮੈਂ ਉਹ ਬਚਨ ਪਲਟਾਂ ਤੇ ਫਿਰ ਗੁਰੂ ਦਾ ਬਚਨ ਪਲਟਿਆ ਜਾਏਗਾ। ਮਹਾਰਾਜ ਨੇ ਕਿਹਾ ਬਈ ਤੇਰਾ ਪੱਕਿਆਂ ਦੇ ਭਾਅ ਕੱਚਾ ਆਵਾ ਵਿਕ ਜਾਏਗਾ, ਤੇ ਮੇਰੀ ਇਤਨੀ ਸਮਰੱਥਾ ਨਹੀਂ ਭਾਈ ਲੱਦਾ ਜੀ ਕਿ ਸਾਹਿਬ ਜੀ ਦਾ ਬਚਨ ਪਲਟਾਂ। ਇਸ ਲਈ ਜੋ ਬਚਨ ਹੋ ਗਿਆ ਹੈ ਉਹ ਹੋ ਗਿਆ ਹੈ, ਉਹ ਹੁਣ ਪਲਟਿਆ ਨਹੀਂ ਜਾ ਸਕਦਾ। ਸਾਹਿਬ ਜੀਆਂ ਨੇ ਆਪ ਕਿਹਾ ਕਿ ਪਿੱਲੀਆਂ ਇੱਟਾਂ ਪੱਕੀਆਂ ਇੱਟਾਂ ਬਰਾਬਰ ਵਿਕ ਜਾਣਗੀਆਂ। ਤਥਾ ਬਿਕਹਿ ਰਿਣ ਸਭ ਬਖਿਆਤ। ਔਰ ਇਸ ਢੰਗ ਦੇ ਨਾਲ ਤਥਾ ਬਿਕਹਿ ਰਿਣ ਸਭ ਉਤਰਾਵੇ। ਭਾਈ ਲੱਦਾ ਜੀ ਜਿਵੇਂ ਸਤਿਗੁਰੂ ਜੀ ਦਾ ਬਚਨ ਹੈ, ਇਹ ਨਹੀਂ ਕਿਹਾ ਵੀ ਮੈਂ ਕਹਿ ਦਿੱਤਾ ਹੈ, ਕਿਹਾ ਜੋ ਸਤਿਗੁਰੂ ਜੀ ਦਾ ਬਚਨ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ, ਜੋ ਸਤਿਗੁਰੂ ਜੀ ਦਾ ਬਚਨ ਹੈ ਉਸ ਮੁਤਾਬਕ ਕੱਚੀਆਂ ਪੱਕਿਆਂ ਦੇ ਭਾਅ ਵਿਕ ਜਾਣੀਆਂ ਨੇ, ਤੇ ਸਾਰਾ ਕਰਜ਼ਾ ਬੁੱਧੂ ਦਾ ਲੈ ਜਾਣਾ ਹੈ। ਲਭਪੁਰ ਮਹਿਲਦਾ ਇਸ ਭਾਂਤ। ਲਾਹੌਰ ਨਗਰ ਵਿੱਚ ਭਾਈ ਲੱਦਾ ਇਸ ਤਰ੍ਹਾਂ ਦੇ ਨਾਲ ਪਰ ਉਪਕਾਰ ਕਰਹਿ ਬਖਿਆਤ। ਉਹ ਪਰਉਪਕਾਰ ਕਰਨ ਵਿੱਚ ਵਿਖਿਆਤ ਹੈਗਾ, ਜਾਣਿਆ ਜਾਂਦਾ ਹੈ ਵੀ ਇਹ ਪਰਉਪਕਾਰੀ ਹੈ। ਭਾਈ ਸੱਤਾ ਤੇ ਬਲਵੰਡ ਜੀ ਨੂੰ ਬਖਸ਼ਵਾਉਣ ਵਾਲਾ ਵੀ ਇਹੀ, ਇਸ ਲਈ ਸਾਰੇ ਇਸ ਨੂੰ ਪਰਉਪਕਾਰੀ ਪਰਉਪਕਾਰੀ ਕਹਿੰਦੇ ਹਨ। ਲੱਖੂ ਰਹਿ ਪਟੋਲੀ ਤਾਹੇ। ਭਾਈ ਲੱਖੂ ਜੀ ਪਟੋਲੀ ਮੁਹੱਲੇ ਵਿੱਚ ਰਹਿੰਦੇ ਹਨ। ਗੁਰੂ ਧਿਆਨ ਨਿਸ ਦਿਨ ਮਨ ਮਾਹੇ। ਉਹਨਾਂ ਦੇ ਮਨ ਵਿੱਚ ਸਤਿਗੁਰੂ ਜੀ ਦਾ ਹੀ ਧਿਆਨ, ਤੇ ਸਤਿਗੁਰੂ ਜੀ ਦਾ ਧਿਆਨ ਹੋਣ ਤੋਂ ਮੁਰਾਦ ਨਿਤਨੇਮ ਦਾ ਧਿਆਨ ਹੈ, ਬਾਣੀ ਦਾ ਧਿਆਨ ਹੈ, ਸਿਮਰਨ ਦਾ ਧਿਆਨ ਹੈ, ਸੇਵਾ ਦਾ ਧਿਆਨ ਹੈ, ਲੋੜਵੰਦਾਂ ਦੀ ਮਦਦ ਕਰਨ ਦਾ ਧਿਆਨ ਹੈ। ਦਿਨ ਰਾਤ ਗੁਰੂ ਦੇ ਧਿਆਨ ਵਿੱਚ ਹੀ ਰਹਿੰਦਾ। ਪਰ ਕਈ ਹੁੰਦੇ ਨੇ ਸਾਧ ਸੰਗਤ ਜਿਨ੍ਹਾਂ ਦਾ ਦਿਨ ਰਾਤ ਧਿਆਨ ਘੁੰਤਰਬਾਜ਼ੀਆਂ ਵਿੱਚ ਹੀ ਰਹਿੰਦਾ। ਉਹਨਾਂ ਦਾ ਮੈਂ ਅਰਜ਼ ਕਰਾਂ ਹਰ ਵੇਲੇ ਧਿਆਨ ਅਗਲੇ ਨੂੰ ਨੀਵਾਂ ਦਿਖਾਉਣ ਵਿੱਚ ਰਹਿੰਦਾ। ਉਹ ਸਾਰੇ ਮੱਤਾਂ ਵਿੱਚ ਹੁੰਦੇ ਨੇ, ਸਨਾਤਨੀਆਂ ਵਿੱਚ ਵੀ ਹੁੰਦੇ ਨੇ, ਰਾਜਨੀਤਿਕਾਂ ਵਿੱਚ ਵੀ ਹੁੰਦੇ ਨੇ, ਸਾਡੇ ਮੱਤ ਵਿੱਚ ਵੀ ਹੋਣਗੇ। ਦਿਨ ਰਾਤ ਧਿਆਨ ਨਿੰਦਿਆ ਵਿੱਚ, ਚੁਗਲੀ ਵਿੱਚ, ਅਗਲੇ ਦਾ ਅਪਮਾਨ ਕਰਨ ਵਿੱਚ। ਪਰ ਗੁਰਸਿੱਖਾਂ ਦਾ ਧਿਆਨ ਗੁਰੂ ਦੇ ਸਨਮਾਨ ਕਰਨ ਵਿੱਚ ਹੁੰਦਾ। ਇਹ ਵੱਡੀ ਚੀਜ਼ ਹੈ, ਇਸ ਨੂੰ ਪ੍ਰਾਪਤ ਕਰਨਾ ਚਾਹੀਦਾ। ਮਹਾਰਾਜ ਕੋਲੋਂ ਮੰਗਣਾ ਚਾਹੀਦਾ ਵੀ ਹੇ ਸੱਚੇ ਪਾਤਸ਼ਾਹ, ਹੇ ਨਿਰੰਕਾਰ, ਮੇਰੇ ਹਿਰਦੇ ਵਿੱਚ ਪਰਉਪਕਾਰ ਦਾ, ਤੇਰੇ ਦੀਦਾਰ ਦਾ ਤੇ ਤੇਰੇ ਵਰਗੇ ਕਿਰਦਾਰ ਦਾ ਧਿਆਨ ਰਹੇ। ਇੱਕ ਤੀਰਥ ਅਰ ਮੂਲਾ ਬੇਰੀ। ਇਸ ਤਰ੍ਹਾਂ ਇੱਕ ਭਾਈ ਤੀਰਥ ਨਾਮ ਹੈ, ਇੱਕ ਭਾਈ ਮੂਲਾ ਬੇਰੀ ਕਰਕੇ ਉਹਦਾ ਨਾਮ। ਮੂਲਾ ਜਾਂ ਮੂਲ ਚੰਦ ਬੇਰੀ, ਜਿਹੜੀਆਂ ਖੱਤਰੀਆਂ ਦੀਆਂ 5 ਸ਼੍ਰੇਣੀਆਂ ਨੇ ਨਾ, ਉਹਨਾਂ ਚੋਂ ਇੱਕ ਬੇਰੀ
ਗੋਤਰ ਵੀ ਹੈਗਾ ਹੈ। ਸਿੱਖ ਮੁਕੰਦਾ ਮਿਲ ਤਿਸ ਬੇਰੀ। ਔਰ ਇਸ ਤਰ੍ਹਾਂ ਦੇ ਨਾਲ ਇੱਕ ਭਾਈ ਤੀਰਥ, ਇੱਕ ਭਾਈ ਮੂਲਾ ਬੇਰੀ ਤੇ ਇੱਕ ਭਾਈ ਮੁਕੰਦਾ ਜੀ। ਚੌਥ ਨਿਹਾਲੂ ਜੋ ਸੁਨਿਆਰਾ। ਔਰ ਸੋਨੇ ਦਾ ਕਾਰੋਬਾਰ ਕਰਨ ਵਾਲਾ ਭਾਈ ਨਿਹਾਲੂ। ਇਹ ਚਾਰ ਹੋ ਗਏ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ। ਭਾਈ ਤੀਰਥ, ਭਾਈ ਮੂਲਾ ਬੇਰੀ, ਭਾਈ ਨਿਹਾਲੂ ਤੇ ਭਾਈ ਮੁਕੰਦਾ। ਇਹ ਚਾਰ ਗੁਰਸਿੱਖ ਹਨ, ਸਨਮਾਨ ਵਾਲੇ ਹਨ। ਮਿਲ ਆਏ ਗੁਰ ਕੇ ਦਰਬਾਰਾ। ਇਹ ਵੀ ਮਹਾਰਾਜ ਜੀ ਦੇ ਕੋਲ ਮਿਲ ਕੇ ਆਏ। ਮਿਲ ਕੇ ਆਉਣ ਤੋਂ ਮੁਰਾਦ ਸੰਗਤ ਵਿੱਚ ਮਿਲ ਕੇ ਆਏ। ਜਿਵੇਂ ਸਾਰੀ ਸੰਗਤ ਆਉਂਦੀ ਹੈ, ਇਸ ਤਰ੍ਹਾਂ ਸਾਰੀ ਸੰਗਤ ਵਿੱਚ ਇਹ ਭਾਈ ਮੂਲਾ ਬੇਰੀ, ਭਾਈ ਨਿਹਾਲੂ ਔਰ ਇਸ ਢੰਗ ਦੇ ਨਾਲ ਇਹ ਭਾਈ ਮੁਕੰਦਾ, ਭਾਈ ਤੀਰਥ, ਇਹ ਸਾਰੇ ਵੀ ਸੰਗਤ ਨਾਲ ਮਿਲ ਕੇ ਆਏ ਹਨ ਮਹਾਰਾਜ ਜੀ ਦੇ ਕੋਲ। ਕਰ ਬੰਧਨ ਕੋ ਬੈਠੇ ਪਾਸ। ਇਹ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਬਾਕੀ ਸੰਗਤਾਂ ਵੀ ਬੈਠੀਆਂ ਨੇ। ਇਹ ਚਾਰ ਮਹਾਰਾਜ ਜੀ ਦੇ ਨੇੜੇ ਹੋ ਕੇ ਬੈਠ ਗਏ। ਸਾਹਿਬ ਜੀ ਦੇ ਪਲੰਗ ਕੋਲ ਜਿੱਥੇ ਮਹਾਰਾਜ ਬਿਰਾਜਮਾਨ ਹੁੰਦੇ ਨੇ, ਭਾਗ ਲੱਗਦਾ। ਸੰਗਤਾਂ ਸਜਦੀਆਂ ਨੇ, ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਬਰਸਾਤ ਹੁੰਦੀ ਹੈ, ਬਰਸਦਾ ਹੈ, ਰਿਮ ਚਿਮ ਹੁੰਦੀ ਹੈ। ਉੱਥੇ ਲਾਗੇ ਆ ਕੇ ਮਹਾਰਾਜ ਜੀ ਦੇ ਬੈਠ ਗਏ ਹਨ। ਹੱਥ ਜੋੜ ਕੀਨੀ ਅਰਦਾਸ। ਇਹਨਾਂ ਦੋਹਾਂ ਨੇ ਵੀ ਮੱਥਾ ਟੇਕਿਆ, ਚੌਹਾਂ ਨੇ, ਤੇ ਹੱਥ ਜੋੜੇ ਤੇ ਬੇਨਤੀ ਪ੍ਰਾਰਥਨਾ ਕੀਤੀ ਹੈ। ਸਿੱਖ ਆਪ ਕੇ ਅਨੇਕ ਪ੍ਰਕਾਰੇ। ਸੱਚੇ ਪਾਤਸ਼ਾਹ ਤੁਹਾਡੇ ਸਿੱਖ ਅਨੇਕਾਂ ਪ੍ਰਕਾਰ ਦੇ ਹਨ। ਵਾਕਈ ਅਨੇਕਾਂ ਕੰਮਕਾਰ ਕਰਨ ਵਾਲੇ ਅਨੇਕਾਂ ਪ੍ਰਕਾਰ ਦੇ ਸਿੱਖ ਨੇ। ਜਿਵੇਂ ਆਪ ਨੇ ਹੁਣੇ ਹੀ ਸੁਣਿਆ ਹੈ, ਭਾਈ ਨਿਹਾਲੂ ਸੋਨੇ ਦੀ ਕਿਰਤ ਕਰਨ ਵਾਲਾ, ਭਾਈ ਬੁੱਧੂ ਘੁਮਿਆਰ ਦੀ ਕਿਰਤ ਕਰਨ ਵਾਲਾ। ਇਹ ਨਾਮ ਸਾਰੇ ਕਿਰਤ ਕਰਕੇ ਪਏ ਹੋਏ। ਸੋਨਿਆਰ ਦਾ ਮਤਲਬ ਹੈ ਸੋਨੇ ਦਾ ਕੰਮ ਕਰਨ ਵਾਲਾ, ਸੋਨਿਆਰਾ ਸੋਨੇ ਵਾਲਾ। ਇਸ ਤਰ੍ਹਾਂ ਸ਼ਬਦ ਮੂਲ ਸ਼ਬਦ ਹੈਗਾ ਕੁੰਭਕਾਰ। ਖਿਲਰੀ ਹੋਈ ਜ਼ਰਾ ਜ਼ਰਾ ਹੋਈ ਮਿੱਟੀ ਨੂੰ ਪਹਿਲੇ ਆਪਣੇ ਹੱਥਾਂ ਦਾ ਪਾਵਨ ਸਪਰਸ਼ ਪ੍ਰਦਾਨ ਕਰਨਾ, ਫਿਰ ਉਸ ਨੂੰ ਬੱਚੇ ਵਾਂਗੂ ਖਿਡਾਉਣਾ ਕਹਿ ਲਓ, ਖਿਲਾ ਕੇ ਫਿਰ ਉਸ ਨੂੰ ਇੱਕ ਜਾਨ ਕਰਨਾ, ਫਿਰ ਚੱਕ ਤੇ ਘੁਮਾਉਣਾ ਤੇ ਫਿਰ ਮਿੱਟੀ ਨੂੰ ਵਰਤਣ ਵਾਲਾ ਬਰਤਨ ਬਣਾ ਦੇਣਾ। ਇਹ ਕਲਾਕਾਰ ਨੇ, ਕੁੰਭਕਾਰ, ਆਰਟਿਸਟ ਹੈ, ਘੜਾ ਬਣਾਉਣ ਵਾਲੇ। ਸ਼ਬਦ ਤੇ ਕੁੰਭਕਾਰ ਸੀ, ਪਰ ਹੌਲੀ ਹੌਲੀ ਘੁਮਿਆਰ ਹੋ ਗਿਆ। ਘੁਮਿਆਰ, ਚੱਕ ਨੂੰ ਘੁਮਾਉਣਾ, ਘੁੰਮ ਘੁੰਮ ਕੇ ਗਲੀ ਗਲੀ ਹੋਕਾ ਦੇਣਾ। ਕੋਈ ਨੀਵੀਂ ਕਿਰਤ ਨਹੀਂ ਹੈ ਘੁਮਿਆਰ ਦਾ ਕੰਮ ਕਰਨਾ, ਬੜੀ ਉੱਚੀ ਕਿਰਤ ਹੈ। ਸਾਡੇ ਵਰਗਿਆਂ ਨੂੰ ਤੇ ਆਉਂਦਾ ਹੀ ਨਹੀਂ ਕਿਵੇਂ ਘੜਾ ਬਣਦਾ। ਲੋਕੀ ਘੜੇ ਤੋੜ ਸਕਦੇ ਨੇ, ਬਣਾ ਨਹੀਂ ਸਕਦੇ। ਸੋਨਿਆਰਾ ਵੀ ਕੋਈ ਨੀਵੀਂ ਕਿਰਤ ਨਹੀਂ ਹੈਗੀ, ਬੜੀ ਉੱਚੀ ਕਿਰਤ ਹੈ, ਮਹਾਨ ਕਿਰਤ ਹੈ। ਬੜੀ ਵੱਡੀ ਇਕਾਗਰਤਾ ਹੋਵੇ। ਮਨ ਰਾਮ ਨਾਮਾ ਬੇਧੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਭਗਤ ਸ੍ਰੀ ਨਾਮਦੇਵ ਜੀ ਮਹਾਰਾਜ ਨੇ ਉਦਾਹਰਣ ਦਿੱਤੀ। ਕਹਿੰਦੇ ਪਰਮਾਤਮਾ ਨਾਲ ਇਸ ਤਰ੍ਹਾਂ ਜੋੜ, ਇਸ ਤਰ੍ਹਾਂ ਧਿਆਨ ਮਗਨ ਹੋ ਜਿਵੇਂ ਸੋਨੇ ਨੂੰ ਸੁਨਿਆਰਾ ਗਹਿਣੇ ਬਣਾ ਦਿੰਦਾ। ਕਿੰਨੀ ਨਿੱਕੀ ਨਿੱਕੀ ਕਲਾਕਾਰੀ ਹੈ, ਕਿਰਤੀ ਹੈ, ਉਸ ਤੇ ਇਤਨਾ ਸੋਹਣਾ ਕੰਮ ਕਰ ਦੇਣਾ। ਇਹ ਮੋਟਾ ਕੰਮ ਨਹੀਂ, ਮੋਟੇ ਦਿਮਾਗ ਵਾਲਿਆਂ ਦਾ ਕੰਮ ਨਹੀਂ। ਸੋਨੇ ਦੇ ਗਹਿਣਿਆਂ ਨੂੰ ਤੋੜ ਤਾਂ ਸਕਦੇ, ਪਰ ਬਣਾ ਹਰ ਕੋਈ ਥੋੜੀ ਸਕਦਾ। ਉਹਨੂੰ ਪ੍ਰਾਪਤ ਕਰਨਾ, ਫਿਰ ਪਰਖਣਾ ਕਸਵੱਟੀ ਤੇ ਲਾ ਕੇ, ਦੇਖਣਾ ਬਈ ਕੰਚਨ ਕਿੰਨੀ ਵੰਨੀ ਦਾ ਹੈ, ਕਿਸ ਤਰ੍ਹਾਂ ਦਾ ਹੈ। 24 ਕਰੇਟ ਹੈ ਕਿ 10 ਕਰੇਟ, 24 ਕਰੇਟ ਦਾ ਹੈ ਕਿ ਕਿੰਨੇ ਦਾ, 18 ਦਾ, ਵੱਖ-ਵੱਖ ਕਰੇਟ ਹੁੰਦੇ ਨੇ ਇਹਦੇ ਪਰਖਣ ਦੇ ਤਰੀਕੇ ਦਾ, ਸਮਝਣ ਦਾ ਢੰਗ, ਦੀ ਵੈਲਿਊ ਪਾਉਣ ਵਾਸਤੇ। ਫਿਰ ਉਸ ਨੂੰ ਪਿਘਲਾਣਾ, ਕੁਠਾਲੀ 'ਚ ਪਾਉਣਾ। ਸੋਨੇ ਦੀ ਕਿਰਤ ਕਰਨ ਵਾਲੇ ਤੇ ਜਿਹੜੀ ਰਾਖ ਹੁੰਦੀ ਹੈ ਉਸ 'ਚੋਂ ਵੀ ਸੋਨਾ ਕੱਢ ਲੈਂਦੇ, ਨੈਗਲਟ ਬਣਾ ਦਿੰਦੇ, ਨੈਗਟਸ ਬਣਾ ਲੈਂਦੇ ਨੇ ਸੋਨੇ ਦੇ, ਗਿੰਨੀਆਂ ਬਣਾ ਲੈਂਦੇ ਤੇ ਕੱਢ ਕੇ ਦਿਖਾ ਦਿੰਦੇ ਨੇ ਵੀ ਆਹ ਦੁਨੀਆ ਸੁਆਹ ਸਮਝਦੀ ਹੈ ਤੇ ਸੁਆਹ ਵਿੱਚੋਂ ਅਸੀਂ ਸੋਨਾ ਪੈਦਾ ਕਰ ਲਏ।
ਤੇ ਬਹੁਤ ਇਕਾਗਰ ਹੋਣ ਦੀ ਕਿਰਤ ਹੈ, ਬੜੀ ਵੱਡੀ ਕਿਰਤ ਹੈ। ਚਮੜੇ ਨੂੰ ਕੱਟ ਕੇ ਜੋ ਗਲ ਜਾਣਾ ਸੀ, ਜੋ ਸੜ ਜਾਣਾ ਸੀ, ਜਿਸ ਦਾ ਕੁਝ ਨਹੀਂ ਸੀ ਬਣਨਾ ਸਿਵਾਏ ਬਦਬੂ ਤੋਂ, ਸਿਵਾਏ ਬਿਮਾਰੀਆਂ ਤੋਂ, ਉਸ ਚਮੜੇ ਨੂੰ ਸੰਭਾਲ ਕੇ ਫਿਰ ਉਸ ਚਮੜੇ ਨੂੰ ਪ੍ਰੋਸੈਸ ਕਰਕੇ ਉਸ ਚਮੜੇ ਨੂੰ ਫਿਰ ਉਸ ਦਾ ਮਹਿੰਗਾ ਵਿਕਣ ਵਾਲਾ ਸਮਾਨ ਬਣਾ ਦੇਣਾ, ਇਹ ਕਲਾਕਾਰੀ ਨਹੀਂ ਤੇ ਹੋਰ ਕੀ ਹੈ। ਬੜਾ ਵੱਡਾ ਆਰਟ ਹੈ, ਬੜੇ ਵੱਡੇ ਆਰਟਿਸਟ ਨੇ ਇਹ ਸਾਰੇ ਮਹਾਨ ਗੁਰਸਿੱਖ। ਇਹਨਾਂ ਵਿੱਚ ਭਾਈ ਮਹਾਨ ਕਿਰਤ ਕਰਨ ਵਾਲਾ ਤੀਰਥ ਭਾਈ ਮੂਲਾ, ਭਾਈ ਮੁਕੰਦਾ ਤੇ ਭਾਈ ਨਿਹਾਲੂ ਜੀ ਸੋਨੇ ਦੀ ਕਿਰਤ ਕਰਨ ਵਾਲਾ ਹੈ, ਪਹੁੰਚੇ ਹਨ ਤੇ ਮੱਥਾ ਟੇਕ ਕੇ ਮਹਾਰਾਜ ਕੋਲ ਬੈਠੇ ਹਨ। ਸ਼ਬਦ ਕੀਰਤਨ ਕਥਾ ਉਚਾਰੇ। ਆਖਣ ਲੱਗੇ ਮਹਾਰਾਜ ਤੁਹਾਡੇ ਕਈ ਪ੍ਰਕਾਰ ਦੇ ਸਿੱਖ ਨੇ, ਕਈਆਂ ਕਿਰਤ ਕਰਨ ਵਾਲੇ ਸਿੱਖ ਨੇ, ਉਹਨਾਂ ਵਿੱਚੋਂ ਕੁਝ ਸ਼ਬਦ ਸੁਣਾਉਣ ਵਾਲੇ ਵੀ ਹੈਗੇ, ਜਿਵੇਂ ਸਾਨੂੰ ਸਮਝ ਲਓ ਅਸੀਂ ਸ਼ਬਦ ਸੁਣਾਉਣ ਵਾਲੇ, ਇਹ ਵੀ ਇੱਕ ਤਰ੍ਹਾਂ ਦੀ ਕਿਰਤ ਹੈਗੀ ਹੈ। ਸ਼ਬਦ ਸੁਣਾਉਣਾ, ਕੀਰਤਨ ਸੁਣਾਉਣਾ, ਕਥਾ ਸੁਣਾਉਣੀ ਕਿਰਤ ਹੈ, ਪਰ ਇਸ ਨੂੰ ਮਨ ਵਸਾ ਲੈਣਾ, ਯਾਦ ਕਰਨਾ ਬਾਣੀ, ਗੁਰੂ ਤੇ ਭਰੋਸਾ ਰੱਖਣਾ, ਇਹ ਬੰਦਗੀ ਬਣ ਜਾਂਦੀ। ਜਿਵੇਂ ਬਾਕੀ ਕਿਰਤ ਬੰਦਗੀ ਬਣ ਜਾਂਦੀ ਹੈ ਨਾ, ਇਹ ਕਿਰਤ ਵੀ ਬੰਦਗੀ ਬਣ ਜਾਂਦੀ ਹੈ। ਮਹਾਰਾਜ ਕਥਾ ਕੀਰਤਨ ਕਰਨ ਵਾਲੇ ਵੀ ਤੁਹਾਡੇ ਸਿੱਖ ਹੈਗੇ ਹਨ। ਇੱਕ ਤੇ ਸੁਨਤ ਸੋ ਮਨ ਦਰਵ ਜਾਵੇ। ਮਹਾਰਾਜ ਕੁਝ ਐਸੇ ਨੇ ਜਿਨ੍ਹਾਂ ਕੋਲੋਂ ਸੁਣੀਦਾ ਹੈ ਤੇ ਮਨ ਦਰਵਿਤ ਹੋ ਜਾਂਦਾ, ਨੇਤਰਾਂ ਵਿੱਚ ਜਲ ਆ ਜਾਂਦਾ, ਰੋਮ ਰੋਮ ਖੇੜੇ ਵਿੱਚ ਆ ਜਾਂਦਾ, ਪ੍ਰਸੰਨਤਾ ਬਣ ਜਾਂਦੀ ਹੈ ਤੇ ਨਾਮ ਜਪਣ ਨੂੰ ਮਨ ਕਰਨ ਲੱਗ ਪੈਂਦਾ ਹੈ। ਮਹਾਰਾਜ ਕੁਝ ਇਸ ਤਰ੍ਹਾਂ ਦੇ ਤੁਹਾਡਾ ਯਸ਼ ਸੁਣਾਉਣ ਵਾਲੇ ਸਿੱਖ ਹਨ। ਇੱਕ ਕੋ ਕਹਿਓ ਸਮੀਪ ਨਾ ਜਾਵੇ। ਪਰ ਮਹਾਰਾਜ ਉਸੇ ਗੱਲ ਨੂੰ ਕੁਝ ਐਸੇ ਲੋਕ ਵੀ ਕਹਿੰਦੇ ਹਨ, ਪ੍ਰਚਾਰਦੇ ਹਨ, ਪਰ ਉਹ ਲਾਗੇ ਵੀ ਨਹੀਂ ਗੱਲ ਲੱਗਦੀ, ਮਨ ਤੇ ਕੋਈ ਅਸਰ ਨਹੀਂ ਲੱਗਦਾ, ਬੜੀ ਉੱਚੀ ਉੱਚੀ ਸ਼ੋਰ ਪਾ ਕੇ ਵੀ ਕਹਿੰਦੇ ਹਨ, ਪਰ ਮਹਾਰਾਜ ਮਨ ਤੇ ਉਸ ਦਾ ਕੋਈ ਅਸਰ ਨਹੀਂ ਪੈਂਦਾ। ਸ੍ਰੀ ਮੁਖ ਤੇ ਸੁਭ ਜੁਗਤ ਬਖਾਨੀ। ਬੜੇ ਸੋਹਣੇ ਕਾਲਮ ਦੇ ਦੋ ਬੋਲ ਵੀ ਹੈਗੇ ਨੇ। ਉਹ ਕਹਿੰਦਾ ਬਾਤ ਜੋ ਦਿਲ ਸੇ ਨਿਕਲਤੀ ਹੈ ਅਸਰ ਰੱਖਦੀ ਹੈ, ਨਹੀਂ ਕਾਬਲੇ ਪਰਵਾਜ਼ ਮਗਰ ਰੱਖਦੀ ਹੈ। ਭਾਵੇਂ ਹੌਲੀ ਬੋਲ ਬੋਲੇ ਹੋਣ, ਜੋ ਦਿਲ ਤੋਂ ਨਿਕਲੇ ਨੇ ਅਗਲੇ ਦੇ ਦਿਲ ਤੱਕ ਪਹੁੰਚਣ, ਤੇ ਜਿਹੜੇ ਉੱਪਰਲੇ ਲੈਵਲ ਦੇ ਨੇ ਉਹਨਾਂ ਉੱਪਰ ਹੀ ਰਹਿ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੁਗਤ ਦੱਸੀ, ਤਰੀਕਾ ਦੱਸਿਆ। ਸ੍ਰੀ ਮੁਖ ਤੇ ਸੁਭ ਜੁਗਤ ਬਖਾਨੀ, ਬੜੀ ਜੁਗਤੀ ਸੋਹਣੀ ਉਦਾਹਰਣ ਮਹਾਰਾਜ ਜੀ ਨੇ ਉਦਾਹਰਣ ਨਾਲ ਸਮਝਾਉਣਾ ਚਾਹਿਆ ਹੈ। ਹੀਰਾ ਫਟਕ ਦੋ ਏਕ ਸਮਾਨੀ। ਸਾਹਿਬ ਕਹਿਣ ਲੱਗੇ ਭਾਈ ਮੁਕੰਦਾ ਜੀ, ਭਾਈ ਨਿਹਾਲੂ ਜੀ, ਭਾਈ ਮੂਲ ਚੰਦ ਜੀ, ਭਾਈ ਤੀਰਥ ਜੀ, ਹੀਰਾ ਤੇ ਕੱਚ ਬਲੌਰ ਦੇਖਣ ਨੂੰ ਇੱਕੋ ਜਿਹੇ ਲੱਗਦੇ, ਦੋਵੇਂ ਪਾਰਦਰਸ਼ੀ ਲੱਗਦੇ ਹਨ। ਹਾਂਜੀ, ਹੀਰਾ ਨਿਜ ਪ੍ਰਕਾਸ਼ ਦਿਖਰਾਵੇ। ਪਰ ਜਿਹੜਾ ਹੀਰਾ ਹੈ ਨਾ, ਉਹਦਾ ਆਪਣਾ ਪ੍ਰਕਾਸ਼ ਹੁੰਦਾ, ਉਹਦੇ ਚੋਂ ਰਿਸ਼ਮਾਂ ਆਪਣੀਆਂ ਨਿਕਲਦੀਆਂ ਹਨ, ਰੰਗ ਬਰੰਗੀਆਂ, ਹਰ ਪਾਸਿਓਂ ਸਤਰੰਗੀਆਂ ਕਿਰਨਾਂ ਨਿਕਲਦੀਆਂ ਹਨ। ਇੱਕ ਕੋ ਕਹਿਓ ਹੀਰਾ ਫਟਕ ਦੋ ਸਰਬ ਰੰਗ ਕੇ ਉੱਪਰ ਛਾਵੇ। ਉਹ ਜਿਹੜਾ ਹੀਰੇ ਚੋਂ ਕਿਰਨਾਂ ਨਿਕਲਦੀਆਂ ਨੇ ਉਹ ਸਾਰੇ ਰੰਗਾਂ ਤੇ ਛਾ ਜਾਂਦੀ, ਸਭ ਪਾਸੇ ਉਹ ਪ੍ਰਕਾਸ਼ ਪੈ ਜਾਂਦਾ ਹੈ। ਫਟਕ ਪ੍ਰਕਾਸ਼ ਪਰਹਿ ਨਹਿ ਕਾਹੂ। ਪਰ ਜਿਹੜਾ ਸ਼ੀਸ਼ਾ ਹੁੰਦਾ, ਬਲੌਰ ਹੁੰਦਾ, ਉਹਦੇ ਚੋਂ ਕਿਹੜੀਆਂ ਕਿਰਨਾਂ ਨਿਕਲਣੀਆਂ? ਉਹ ਦੂਜੇ ਦੀ ਤਸਵੀਰ ਆਪਣੇ ਵਿੱਚ ਪਾ ਲੈਂਦਾ, ਦੂਜਿਆਂ ਤੋਂ ਪ੍ਰਭਾਵਿਤ ਹੋ ਜਾਂਦਾ, ਉਹਦਾ ਪ੍ਰਕਾਸ਼ ਕਿਸੇ ਤੇ ਨਹੀਂ ਪੈਂਦਾ। ਅੰਤਰ ਇਤੋ ਦੋਹਨ ਕੇ ਮਾਹੂ। ਸਾਹਿਬ ਕਹਿਣ ਲੱਗੇ ਦੋਹਾਂ ਵਿੱਚ ਇੰਨਾ ਹੀ ਅੰਤਰ ਹੈ, ਜਿਹੜੇ ਕਰਨੀ ਵਾਲੇ ਨੇ, ਜਿਹੜੇ ਬਚਨ ਉਹਨਾਂ ਦੀ ਜ਼ੁਬਾਨ ਤੋਂ ਨਿਕਲਦੇ ਨੇ, ਉਹਨਾਂ ਦੀ ਰਸਨਾ ਤੋਂ ਅੰਮਿਓਂ ਝਰਨੇ ਚੱਲਦੇ ਨੇ, ਬੋਲ ਸੁਹਾਵਣੇ ਲੱਗਦੇ ਨੇ, ਤੇ ਸੁਣ ਕੇ ਹਿਰਦਾ ਠਰ ਜਾਂਦਾ, ਸੁਣਨ ਵਾਲਾ ਨਾਮ ਜਪਣ ਲੱਗ ਪੈਂਦਾ।
ਸੁਣਨ ਵਾਲਾ ਅੰਮ੍ਰਿਤ ਵੇਲੇ ਉੱਠਣ ਲੱਗ ਪੈਂਦਾ, ਸੁਣਨ ਵਾਲਾ ਗੁਰੂ ਦਾ ਅੰਮ੍ਰਿਤ ਪਾਨ ਕਰਕੇ ਸਿੱਖ ਬਣ ਜਾਂਦਾ। ਪਰ ਕਈ ਐਸੇ ਨੇ ਲੋਕੀ ਲਾਨਤਾਂ ਪਾਉਂਦੇ ਨੇ, ਕਹਿੰਦੇ ਨੇ ਹੈ ਤੇ ਸਿੱਖ ਹੈ ਪਰ ਜੀਵਨ ਇਹਦਾ ਨਸ਼ਿਆਂ ਵਿੱਚ ਡੁੱਬਿਆ ਹੋਇਆ, ਵਿਸ਼ਿਆਂ ਵਿੱਚ ਡੁੱਬਿਆ ਹੋਇਆ, ਹੰਕਾਰ ਦੀ ਚਰਮ ਸੀਮਾ ਹੈ, ਰੋਮ ਰੋਮ ਹੰਕਾਰ ਦੀਆਂ ਚਿਮਨੀਆਂ ਬਣਿਆ ਹੋਇਆ, ਉਸ ਵਿੱਚੋਂ ਅੱਗ ਨਿਕਲਦੀ ਹੈ, ਵੈਰ ਵਿਰੋਧ ਨਿਕਲਦਾ ਹੈ, ਔਰ ਹਰ ਹਰਬਾ ਵਰਤਦਾ ਹੈ, ਪਰ ਉਸ ਦੇ ਬੋਲਾਂ ਦਾ ਕਿਸੇ ਤੇ ਕੋਈ ਅਸਰ ਨਹੀਂ ਪੈਂਦਾ, ਸਗੋਂ ਲੋਕੀ ਨਿੰਦਿਆ ਹੀ ਕਰਦੇ ਹਨ। ਤਿਮ ਗੁਰਮੁਖ ਕੀ ਕਰੋ ਪਛਾਨ। ਉਹ ਦੇਖੋ ਆਸਾ ਰਾਮ ਨਿਰਾਸਾ ਰਾਮ ਵਰਗੇ ਬੜੇ ਜੀਭਾਂ ਕੱਢ ਕੱਢ ਕੇ ਪਹਿਲਾਂ ਬੋਲਦੇ ਹਨ, ਕਦੀ ਆਪਣੇ ਆਪ ਨੂੰ ਕ੍ਰਿਸ਼ਨ ਬਣਾ ਲੈਣਾ, ਕਦੀ ਸ਼ਿਵ ਜੀ ਬਣਾ ਲੈਣਾ, ਤੇ ਕਹਿਣਾ ਹੁਣ ਮੈਂ ਹੀ ਭਗਵਾਨ। ਮੈਂ ਤੇ ਇਸ ਨਿਰਾਸਾ ਰਾਮ ਦੀ ਜ਼ੁਬਾਨ ਤੋਂ ਇੱਕ ਵਾਰੀ ਇਹ ਵੀ ਸੁਣਿਆ ਬਈ ਜਿਹੜੀ ਗਲਤੀ ਗੁਰੂ ਨਾਨਕ ਨੇ ਕੀਤੀ ਉਹ ਮੈਂ ਨਹੀਂ ਕਰਨੀ। ਪਤਾ ਨਹੀਂ ਗੁਰੂ ਨਾਨਕ ਦੀ ਕਿਹੜੀ ਗਲਤੀ ਇਸ ਮੂਰਖ ਨੂੰ ਸਮਝ ਆਈ। ਸ਼ਾਇਦ ਸੱਚਾ ਕਿਰਦਾਰ ਰੱਖਣਾ ਗਲਤੀ ਹੈ, ਸ਼ਾਇਦ ਤੇਰਾ ਤੇਰਾ ਕਹਿ ਕੇ ਖਾਲੀ ਝੋਲੀਆਂ ਭਰਨੀਆਂ ਗਲਤੀ ਹੈ, ਲੋ ਤੇ ਬੈਠ ਕੇ ਤੇਰਾ ਕੀਆ ਮਿੱਠਾ ਲਾਗੇ ਕਹਿਣਾ ਗਲਤੀ ਹੈ, ਜਾਂ ਕਿ ਚਾਰੇ ਪੁੱਤਰ ਵਾਰ ਕੇ ਕਹਿ ਦੇਣਾ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ। ਤੇ ਤੇਰੇ ਵਰਗਿਆਂ ਦੇ ਜਨੇਊ ਬਚਾਉਣ ਵਾਸਤੇ ਚਾਂਦਨੀ ਚੌਂਕ ਵਿੱਚ ਆਪਣੇ ਪਿਆਰੇ ਸਿੱਖਾਂ ਸਮੇਤ ਸੀਸ ਕੁਰਬਾਨ ਕਰ ਦੇਣਾ ਗਲਤੀ ਹੈ। ਕਿਹੜੀ ਗਲਤੀ ਹੈ? ਤੇ ਕਰੈਕਟਰ ਲੈਸ ਹੋਣ ਦੇ ਕੇਸ ਸਾਬਤ ਹੋ ਗਏ ਤੇ ਜੇਲ੍ਹਾਂ ਵਿੱਚੋਂ ਜ਼ਮਾਨਤਾਂ ਨਹੀਂ ਹੁੰਦੀਆਂ ਪਈਆਂ, ਸਾਰੀ ਦੁਨੀਆ ਨੂੰ ਪਤਾ ਚੱਲ ਗਿਆ ਬਈ ਆਹ ਗਲਤੀ ਹੈ। ਪੁੱਤਰ ਵੀ ਹੋ ਜਾ ਤੇ ਪਿਓ ਵੀ ਹੋ ਜਾ, ਦੋਵੇਂ ਜੇਲ੍ਹ 'ਚ ਬੈਠੇ ਹੋਏ। ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਮਿਲ ਜਾਣਗੇ ਜਿਹੜੇ ਧਰਮ ਦੇ ਨਾਮ ਤੇ ਅਧਰਮ ਕਰਦੇ ਨੇ, ਫਿਰ ਉਹ ਜਿਹਾਂ ਦੇ ਬੋਲਾਂ ਦਾ ਕੋਈ ਅਸਰ ਨਹੀਂ ਹੁੰਦਾ, ਲੱਗੇ ਰਹਿੰਦੇ ਨੇ ਆਪਣੀਆਂ ਚਾਲਾਂ ਚੱਲਣ ਵਿੱਚ, ਆਪਣੀ ਤੀਰ ਅੰਦਾਜ਼ੀ ਕਰਨ ਵਿੱਚ, ਪਰ ਸਾਰੇ ਤੀਰ ਖੁੰਡੇ ਹੋ ਜਾਂਦੇ, ਬਚਦਾ ਹੀ ਕੱਖ ਨਹੀਂ। ਜਿਹੜਾ ਮਾੜਾ ਮੋਟਾ ਹੁੰਦਾ ਉਹ ਵੀ ਤਹਿਸ ਨਹਿਸ ਹੋ ਜਾਂਦਾ, ਨੇਸ ਤੋਂ ਨਾਬੂਦ ਹੋ ਜਾਂਦੇ ਨੇ। ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਪਰ ਜਿਹੜੇ ਗੁਰਮੁਖ ਹਨ, ਬਾਣੀ ਪੜ੍ਹਨ ਵਾਲੇ, ਜਪਣ ਵਾਲੇ, ਉਹਨਾਂ ਵਿੱਚ ਤੇ ਇਹਨਾਂ ਮੂਰਖਾਂ ਵਿੱਚ ਇਹੀ ਅੰਤਰ ਹੈ, ਤਿਮ ਗੁਰਮੁਖ ਕੀ ਕਰੋ ਪਛਾਣ। ਗੁਰਮੁਖ ਹੀਰੇ ਵਰਗਾ ਹੈ, ਉਹ ਕਿਸੇ ਮਤ ਵਿੱਚ ਪੈਦਾ ਹੋਇਆ ਹੋਵੇ ਉਹਦੀਆਂ ਕਿਰਨਾਂ ਹੁੰਦੀਆਂ। ਇਸਲਾਮ ਮਤ 'ਚ ਪੈਦਾ ਹੋਏ ਬਾਬਾ ਫਰੀਦ, ਉਹਨਾਂ ਦੀਆਂ ਕਿਰਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ ਪ੍ਰਗਟ ਹੋ ਰਹੀਆਂ, ਬੋਲਦੇ ਪਏ। ਸਨਾਤਨ ਮਤ ਵਿੱਚ ਪੈਦਾ ਹੋਏ ਤਰਲੋਚਨ ਜੀ, ਰਾਮਾਨੰਦ ਜੀ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਰਾਮਾਨੰਦੀ ਮਹਾਂਪੁਰਸ਼ਾਂ ਨੂੰ ਦੇਖੋ, ਭਗਤ ਪੀਪਾ ਜੀ, ਇੱਧਰ ਝਾਲਾਵਾੜ ਦੇ ਕੋਲ ਉਹਨਾਂ ਦਾ ਨਗਰ ਹੈਗਾ, ਝਾਲਾਵਾੜ ਦੀ ਰਿਆਸਤ ਦੇ ਮਾਲਕ ਸਨ ਰਾਜਸਥਾਨ ਵਿੱਚ, ਤੇ ਭਗਤ ਬਣ ਗਏ, ਹੀਰੇ ਵਰਗੇ ਹੋ ਗਏ, ਤੇ ਕਿਰਨਾਂ ਦਿਖਾਈ ਪੈ ਰਹੀਆਂ ਨੇ। ਸੂਰਦਾਸ ਮਹਾਰਾਜ, ਉਹਨਾਂ ਕੋਲ ਸਰੀਰਕ ਨੇਤਰ ਨਹੀਂ ਹੈਗੇ, ਪਰ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਹੈ। ਇਸ ਤਰ੍ਹਾਂ ਜਿਹੜੇ ਆਪਣੇ ਆਪ ਨੂੰ ਸਿਰਫ ਲਿਖ ਲੈਣ, ਸੂਰਜ ਦੀਆਂ ਤਸਵੀਰਾਂ ਦੀਵਾਰ ਤੇ ਲਾਉਣ ਨਾਲ ਦਿਨ ਨਹੀਂ ਨਿਕਲਦਾ, ਦਿਨ ਜਦ ਵੀ ਨਿਕਲਦਾ ਤੇ ਸੂਰਜ ਨਾਲ ਹੀ ਨਿਕਲਦਾ। ਇਸ ਲਈ ਮਨ ਸ਼ਾਂਤ ਹੁੰਦਾ ਗੁਰਮੁਖਾਂ ਦੇ ਬਚਨ ਸੁਣ ਕੇ, ਮਨ ਆਨੰਦਿਤ ਹੁੰਦਾ ਜੀਵਨ ਵਾਲਿਆਂ ਦੇ ਬਚਨ ਸੁਣ ਕੇ। ਠੰਡ ਪੈ ਜਾਂਦੀ, ਲੋਕੀ ਕਹਿੰਦੇ ਨੇ ਭਈ ਫਲਾਣੇ ਦੇ ਬਚਨ ਸੁਣੇ ਤੇ ਠੰਡ ਪੈ ਗਈ, ਮਨ ਸ਼ਾਂਤ ਹੋ ਗਿਆ, ਮਨ ਆਨੰਦਿਤ ਹੋ ਗਿਆ। ਤੁਸੀਂ ਸੁਣ ਲਓ ਬਚਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ, ਤੁਸੀਂ ਪੜ੍ਹ ਲਓ ਬਚਨ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ, ਸੰਤ ਬਾਬਾ ਆਨੰਦ ਸਿੰਘ ਜੀ ਦੇ ਬਚਨ ਪੜ੍ਹੋ, ਭਾਈ ਵੀਰ ਸਿੰਘ ਜੀ ਨੂੰ ਪੜ੍ਹੋ, ਤੁਹਾਡਾ ਮਨ ਸ਼ਾਂਤ ਹੋ ਜਾਏਗਾ।
ਪਰ ਮੈਂ ਅਰਜ਼ ਕਰਾਂ ਬਹੁਤ ਸਾਰੇ ਲਿਖਾਰੀਆਂ ਦੇ ਤੇ ਅੰਤ ਕੋਈ ਨਹੀਂ, ਮਾਰਕੀਟਾਂ ਨੇ ਭਰੇ ਹੋਏ ਨੇ ਬਾਜ਼ਾਰ ਵਿੱਚ, ਪਰ ਕੋਈ ਨਾਮ ਵੀ ਨਹੀਂ ਜਾਣਦਾ। ਇਹ ਹੀ ਬਸ ਮਨਮੁਖ ਵਕਤਿਆਂ ਵਿੱਚ ਤੇ ਗੁਰਮੁਖ ਵਕਤਿਆਂ ਵਿੱਚ ਫਰਕ ਹੁੰਦਾ ਹੈ। ਜਿਸ ਸੰਗਤ ਮਹਿ ਕਰਹਿ ਬਖਾਨ। ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਉਹ ਜੇ ਗੁਰਮੁਖ ਪਿਆਰੇ ਬੁਲਾਰੇ ਜਿਹੜੀ ਵੀ ਸੰਗਤ ਵਿੱਚ ਜਿੱਥੇ ਵੀ ਭਾਵ ਜਿੱਥੇ ਵੀ ਜਾ ਕੇ, ਉਹਨਾਂ ਦਿਨਾਂ ਵਿੱਚ ਸੰਗਤ ਗੁਰਦੁਆਰੇ ਨੂੰ ਵੀ ਕਹਿੰਦੇ ਸੀ। ਜਿਵੇਂ ਬੜੀ ਸੰਗਤ, ਛੋਟੀ ਸੰਗਤ, ਇਹ ਗੁਰਦੁਆਰਾ ਸੋਨਾਰ ਟੋਲੀ ਦਾ ਨਾਮ ਗੁਰਦੁਆਰਾ ਸੰਗਤ ਹੀ ਹੈਗਾ। ਗੁਰਦੁਆਰਾ ਬੜੀ ਸੰਗਤ ਕਲਕੱਤਾ, ਸੰਗਤ ਭਾਵ ਜਿੱਥੇ ਵੀ ਜਾ ਕੇ ਉਹ ਗੁਰਮਤ ਵਿਖਿਆਨ ਕਰਦੇ ਹਨ। ਤਿਨ ਕੋ ਤੇਜ ਸਭਿਨ ਪਰਛਾਵੈ। ਉਹਨਾਂ ਦੇ ਅੰਮ੍ਰਿਤ ਬਚਨਾਂ ਦਾ ਤੇਜ ਕਿਉਂਕਿ ਅੰਦਰ ਹੁੰਦਾ ਹੈ, ਉਹ ਸਾਰਿਆਂ ਦੇ ਹਿਰਦੇ ਪ੍ਰਭਾਵਿਤ ਕਰਦਾ ਹੈ। ਕਿਉਂਕਿ ਸਦਾ ਸੋ ਸੱਚ ਕਮਾਵੈ। ਕਾਰਨ ਕੀ ਹੈ? ਕਿਉਂਕਿ ਉਹ ਸਦਾ ਸੱਚ ਨਾਲ ਜੁੜੇ ਰਹਿੰਦੇ, ਝੂਠ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ, ਉਹ ਸਾਜ਼ਿਸ਼ਾਂ ਨਹੀਂ ਰਚਦੇ, ਉਹ ਆਨੰਦ ਨਾਲ ਵਿਚਰਦੇ ਹਨ ਤੇ ਸੱਚ ਕਮਾਉਂਦੇ ਹਨ। ਜੇ ਨਰ ਹੋਰੇ ਅਰ ਕੁੜਿਆਰੇ। ਪਰ ਜਿਹੜੇ ਨਰ ਹੋਰ ਨੇ, ਹੋਛੇ ਨੇ ਤੇ ਕੁੜਿਆਰੇ ਹਨ, ਸੋ ਕੁਸੰਗ ਮਹਿ ਬਨਹਿ ਉਦਾਰੇ। ਉਹ ਕੁਸੰਗੀ ਹੁੰਦੇ ਨੇ ਤੇ ਕੁਸੰਗ ਵਿੱਚ ਵੱਡੇ ਬਣੇ ਰਹਿੰਦੇ ਨੇ, ਆਪਣੇ ਆਪ ਨੂੰ ਵੱਡਾ ਸਮਝਦੇ ਹਨ। ਸੁਭ ਨਰ ਪਰਤੇ ਛਾਏ ਨ ਤੇਜ। ਇਸ ਕਰਕੇ ਉਹਨਾਂ ਦਾ ਜਿਹੜਾ ਸ਼ੁਭ ਨਰ ਪਰ ਚੰਗੇ ਮਨੁੱਖਾਂ ਤੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਬਣਦਾ। ਸਤ ਸੰਗਤ ਕੋ ਜਿਨਹੁ ਮਜੇਜ। ਤੇ ਜਿਨ੍ਹਾਂ ਨੂੰ ਸਤਸੰਗ ਵਿੱਚ ਆ ਕੇ ਵੀ ਇਹ ਮਜੇਜ ਹਉਮੈ ਬਣੀ ਰਹੇ, ਘਮੰਡ ਬਣਿਆ ਰਹੇ ਕਿ ਮੈਂ ਬੜਾ ਨਿਤਨੇਮੀ ਆ, ਮੈਂ ਬੜਾ ਸਤਸੰਗੀ ਆ, ਮੈਂ ਬੜਾ ਦਾਨੀ ਆ, ਮੈਂ ਬੜਾ ਗਿਆਨੀ ਆ, ਮੈਂ ਬੜਾ ਵਕਤਾ ਹਾਂ, ਮੇਰੇ ਵਰਗਾ ਕੋਈ ਹੈ ਨਹੀਂ ਹੋਰ। ਜਿਨ੍ਹਾਂ ਨੂੰ ਸਤਸੰਗ ਵਿੱਚ ਆ ਕੇ ਵੀ ਹੰਕਾਰ ਹੀ ਮੋਢਿਆਂ ਤੇ ਚੜਿਆ ਫਿਰੇ। ਜਿਸ ਕੇ ਹਿਰਦੈ ਸ਼ਬਦ ਗੁਰ ਕੇਰਾ। ਪਰ ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਿਆ ਹੋਇਆ ਹੈ, ਵਾਹਿਗੁਰੂ ਮੰਤਰ ਦੀ ਅਸੀਸ ਜਿਹਨੂੰ ਮਿਲੀ ਹੋਈ ਹੈ, ਭਇਓ ਪਰਵੇਸ਼ ਮਹਾ ਸੁਖ ਹੇਰਾ। ਉਹਦੇ ਹਿਰਦੇ ਵਿੱਚ ਮਹਾ ਸੁਖ ਪ੍ਰਵੇਸ਼ ਕਰ ਜਾਂਦਾ ਹੈ, ਆਨੰਦਿਤ ਰਹਿੰਦਾ, ਗਮਗੀਨੀਆਂ ਉਸ ਤੇ ਹਾਵੀ ਨਹੀਂ ਹੁੰਦੀਆਂ। ਸੋ ਰਸੁਨਾ ਤੇ ਜਬੈ ਬਖਾਨਾ। ਐਸਾ ਪੁਰਖ ਜਪਣ ਵਾਲਾ, ਝੁਕਿਆ ਹੋਇਆ ਹਿਰਦਾ, ਨਿਰਮਾਣਤਾ ਨਾਲ ਚੱਲਣ ਵਾਲਾ, ਜਦੋਂ ਗੁਰੂ ਦੇ ਬਚਨ ਆਪਣੀ ਜ਼ਬਾਨ ਤੋਂ ਦੂਜਿਆਂ ਨੂੰ ਸੁਣਾਉਂਦਾ ਹੈ, ਦੂਜਿਆਂ ਪ੍ਰਤੀ ਕਹਿੰਦਾ ਹੈ। ਹਾਂਜੀ। ਸਰੋਤਾ ਸੁਨਤ ਸਾਤ ਕੋ ਠਾਨੈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਉਹਨਾਂ ਦੀ ਪਛਾਣ ਇਹ ਹੈ, ਭਾਈ ਮੂਲ ਚੰਦ ਜੀ, ਭਾਈ ਮੁਕੰਦਾ ਜੀ, ਭਾਈ ਨਿਹਾਲੂ ਜੀ, ਭਾਈ ਤੀਰਥ ਜੀ, ਉਹਨਾਂ ਦੀ ਪਛਾਣ ਇਹ ਹੈ, ਉਹ ਜੀਵਨ ਵਾਲੇ ਪੁਰਖ ਜਦੋਂ ਗੱਲਬਾਤ ਗੁਰੂ ਦੀ ਕਰਦੇ ਨੇ ਤੇ ਉਹਨਾਂ ਕੋਲ ਸੁਣ ਕੇ ਸਰੋਤਿਆਂ ਦੇ ਹਿਰਦੇ ਸ਼ਾਂਤ ਹੋ ਜਾਂਦੇ, ਆਨੰਦਿਤ ਹੁੰਦੇ ਹਨ। ਤ੍ਰਿਸ਼ਨਾ ਤਪਤੀ ਤਜੈ ਸੁਖ ਪਾਵੈ। ਉਹਨਾਂ ਦੇ ਹਿਰਦੇ ਦੀ ਤ੍ਰਿਸ਼ਨਾ ਦੀ ਤਪਤ ਮੁੱਕ ਜਾਂਦੀ ਹੈ ਤੇ ਸੁਖ ਸ਼ਾਂਤੀ ਪ੍ਰਾਪਤ ਕਰਦੇ ਹਨ। ਸਤ ਸੰਗਤ ਸਿਮਰਨ ਮਨ ਭਾਵੈ। ਫਿਰ ਉਹਨਾਂ ਦੇ ਕੋਲ ਸੁਣ ਕੇ ਸਤ ਸੰਗਤ ਸਿਮਰਨ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗਣ ਲੱਗ ਪੈਂਦਾ ਤੇ ਸੁਣਾਉਣ ਵਾਲਿਆਂ ਨੂੰ ਵੀ ਚੰਗਾ ਲੱਗਦਾ ਹੈ। ਲਖ ਹੈ ਜੋ ਮਮ ਤੇ ਬੁੱਧ ਉਤੰਗ। ਉਹਨਾਂ ਦੀ ਇੱਕ ਹੋਰ ਪਛਾਣ ਹੁੰਦੀ ਹੈ, ਜਿਹੜਾ ਉਹਨਾਂ ਤੋਂ ਅੱਗੇ ਹੋਵੇ ਨਾ, ਉਹਨਾਂ ਤੋਂ ਉੱਚੇ ਜੀਵਨ ਵਾਲਾ ਹੋਵੇ, ਉੱਚੇ ਗਿਆਨ ਵਾਲਾ ਹੋਵੇ, ਉੱਚੇ ਕਿਰਦਾਰ ਵਾਲਾ ਹੋਵੇ। ਚਾਹੀਐ ਕਰਿਓ ਤਾਹੇ ਸੁਭ ਸੰਗ। ਉਹ ਫਿਰ ਉਹਨਾਂ ਦਾ ਸੰਗ ਕਰਦੇ, ਵੱਡਿਆਂ ਪੁਰਖਾਂ ਦਾ ਸੰਗ ਕਰਦੇ ਨੇ, ਉਹਨਾਂ ਦੀ ਸੇਵਾ ਸਨਮਾਨ ਕਰਦੇ ਹਨ। ਗੁਰ ਬਾਕਨ ਕੋ ਹਿਰਦੈ ਬਸਾਵੈ। ਫਿਰ ਐਸੇ ਪੁਰਖ ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਦੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਸੁਣਦੇ ਹੋ ਨਾ, ਬੈਰਾੜੀ ਰਾਗ ਦਾ ਸ਼ਬਦ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ,
ਹਰ ਜਨ ਰਾਮ ਨਾਮ ਗੁਣ ਗਾਵੇ। ਉਹੀ ਵਿਆਖਿਆ ਇੱਥੇ ਚੱਲਦੀ ਪਈ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਉਸ ਨੂੰ ਨੀਵਾਂ ਆਖੇ, ਭੈੜਾ ਆਖੇ, ਨਿੰਦਾ ਕਰੇ, ਤੇ ਉਹ ਹਰੀ ਦੇ ਜਨ, ਪ੍ਰਭੂ ਦੇ ਸੇਵਕ, ਜਿਹੜਾ ਸੇਵਾ ਦਾ, ਨਿਰਮਾਣਤਾ ਦਾ, ਪ੍ਰੇਮ ਦਾ, ਸਦਾਚਾਰ ਦਾ ਜਿਹੜਾ ਸ਼ੁਭ ਗੁਣ ਉਹਨਾਂ ਦੇ ਅੰਦਰ ਹੈ, ਗਵਾਉਂਦੇ ਨਹੀਂ, ਨੀਵੇਂ ਨਹੀਂ ਹੁੰਦੇ। ਜੇ ਅਸ ਨਰ ਕੁਸੰਗ ਕਬ ਪਾਵੈ। ਤੇ ਜੇ ਐਸਾ ਪੁਰਖ ਜਿਹੜਾ ਜੁੜਿਆ ਹੋਇਆ ਹੈ, ਕਦੀ ਕੁਸੰਗੀ ਉਹਦੇ ਕੋਲ ਆ ਜਾਣ, ਜਿਹੜੇ ਵਿਕਾਰਾਂ ਦੀਆਂ ਗੱਲਾਂ ਬੜਾ ਰਸ ਲੈ ਲੈ ਕੇ ਕਰਦੇ ਹੋਣ। ਕੁਝ ਕਵੀ ਐਸੇ ਹੁੰਦੇ ਨੇ, ਵਿਕਾਰ ਪ੍ਰਧਾਨ ਕਵਿਤਾ ਹੁੰਦੀ, ਕਹਿਣ ਨੂੰ ਉਹ ਸ਼ਿੰਗਾਰ ਰਸ ਕਹਿੰਦੇ ਨੇ, ਪਰ ਹੁੰਦੀ ਵਿਕਾਰ ਰਾਸੀ। ਫਿਰ ਉਹਨੂੰ ਸੁਣ ਸੁਣ ਕੇ ਬੜੇ ਖੁਸ਼ ਹੋਣਗੇ। ਮੈਂ ਤੇ ਹੈਰਾਨ ਹੁੰਦਾ ਹਾਂ, ਇਹ ਗਾਉਣ ਵਾਲਿਆਂ ਨੂੰ ਵੇਖ ਲਓ, ਇਹ ਗਾਉਣ ਵਾਲੇ ਨਹੀਂ ਹੈਗੇ, ਇਹ ਦੁਨੀਆ ਦੇ ਸ਼ੁਭ ਗੁਣ ਗਵਾ ਦੇਣ ਵਾਲੇ, ਗਵਾਉਣ ਵਾਲੇ ਹੈਗੇ, ਭਰਮਣ ਕਰਨ ਵਾਲੇ, ਭਟਕਣ। ਗਾਉਣ ਦਾ ਮਤਲਬ ਭਟਕਣਾ ਵੀ ਹੁੰਦਾ। ਆਪ ਭਟਕਣਾ ਵਿੱਚ ਪਏ ਹੋਏ ਨੇ, ਦੂਜਿਆਂ ਨੂੰ ਭਟਕਣਾ ਵਿੱਚ ਪਾਈ ਫਿਰਨਗੇ। ਤੇ ਸਮਾਜ ਦੀ ਵੀ ਮੈਂ ਅਰਜ਼ ਕਰਾਂ, ਇਹ ਸੋਚ ਦੇਖ ਕੇ ਉਹਨਾਂ ਤੇ ਹੈਪ, ਸਦ ਹੈਪ ਹੁੰਦਾ ਹੈ। ਇਹਨਾਂ ਨੂੰ ਬੁਲਾ ਕੇ ਫਿਰ 50-50 ਲੱਖ, ਕਰੋੜ ਜਿੰਨੇ ਪੈਸੇ ਵੱਧ ਮੰਗੇ ਉਹਨਾਂ ਵਧੀਆ ਗਵਈਆ ਗਾਉਣ ਵਾਲਾ। ਅਰਧ ਨਗਨ ਬੀਬੀਆਂ ਨੂੰ ਸਟੇਜਾਂ ਤੇ ਲਿਆਉਣਗੇ ਤੇ ਕਈ ਵਾਰੀ ਗੋਲੀਆਂ ਵੀ ਮਾਰ ਕੇ ਮਾਰ ਦੇਣਗੇ। ਇਹ ਵੀ ਦੇਖਣ ਵਿੱਚ ਆਇਆ। ਉਹਨਾਂ ਨੂੰ ਲੁਟਾ ਦੇਣਗੇ, ਪਰ ਗੁਰੂ ਦੀ ਮਹਿਮਾ ਕਰਨ ਵਾਲੇ ਕੀਰਤਨੀਆਂ ਨੂੰ, ਗੁਰੂ ਦੀ ਗ੍ਰੰਥੀ ਸਾਹਿਬਾਨ ਨੂੰ ਦੇਖ ਕੇ ਹੈਰਾਨਗੀ ਹੁੰਦੀ ਆ। ਹਰ ਗੱਲ ਤੇ ਬਲੇਮ ਲਾਉਂਦੇ ਫਿਰਨਗੇ, ਹਰ ਗੱਲ ਤੇ ਨੀਵਾਂ ਸ਼ਬਦ ਕਰਨਗੇ, ਕਈ ਤਰ੍ਹਾਂ ਦੀਆਂ ਊਜਾਂ ਲਾਉਣ ਨੂੰ ਫਿਰਨਗੇ, ਕਈ ਤਾਂ ਲਾ ਵੀ ਦਿੰਦੇ ਨੇ। ਇਹਦਾ ਮਤਲਬ ਹੈ ਪੱਕੇ ਕੁਸੰਗੀ ਨੇ, ਕੁਸੰਗ ਨਾਲ ਹਿਰਦਾ ਭਰਿਆ ਹੋਇਆ। ਪਰ ਨਾਮ ਜਪਣ ਵਾਲੇ ਨੂੰ ਜੇ ਕਦੀ ਕੁਸੰਗੀ ਵੀ ਮਿਲ ਜਾਏ, ਭੜੇ ਜੀਵਨ ਵਾਲਾ ਵੀ ਮਿਲ ਜਾਵੇ, ਤਾਂ ਨਹਿ ਬਿਗਰੈ ਸੋ ਨਹਿ ਬਿਗਰੈ ਨਿਸਚਾ ਦ੍ਰਿੜ ਰਹੈ। ਉਹਦਾ ਜੀਵਨ ਨਹੀਂ ਵਿਗੜਦਾ ਤੇ ਉਹਦਾ ਗੁਰੂ ਪ੍ਰਤੀ ਦ੍ਰਿੜ ਨਿਸ਼ਚਾ ਬਣਿਆ ਰਹਿੰਦਾ ਹੈ। ਜਥਾ ਅਚਲ ਇੱਕ ਥਲ ਥਿਰ ਆਹੇ। ਜਿਸ ਤਰ੍ਹਾਂ ਉਹ ਅਚਲ ਰਹਿੰਦੇ ਨੇ, ਇੱਕ ਥਾਂ ਟਿਕੇ ਰਹਿੰਦੇ ਹਨ। ਜਿਮ ਚੰਦਨ ਬਾਵਨ ਤਰ ਸੀਤਲ। ਇਸ ਤਰ੍ਹਾਂ ਉਹ ਸੀਤਲ ਰਹਿੰਦੇ ਨੇ, ਟਿਕੇ ਰਹਿੰਦੇ ਨੇ, ਅਚਲ ਰਹਿੰਦੇ ਨੇ। ਜਿਵੇਂ 52 ਚੰਦਨ ਹੁੰਦਾ ਹੈ। ਚੰਦਨ ਦੀਆਂ ਵੱਖ-ਵੱਖ ਕਿਸਮਾਂ ਹੈ। ਤਿਗੜੀ ਇੱਕ, ਚਿਕੜੀ ਇੱਕ ਲੱਕੜ ਹੁੰਦੀ, ਉਸ ਤੋਂ ਵੀ ਸੁਗੰਧੀ ਆਉਂਦੀ। ਅਗਰ ਇੱਕ ਲੱਕੜ ਹੁੰਦੀ, ਉਸ ਤੋਂ ਵੀ ਸੁਗੰਧੀ ਆਉਂਦੀ। ਤਗਰ ਇੱਕ ਲੱਕੜ ਹੁੰਦੀ, ਉਸ ਤੋਂ ਵੀ ਸੁਗੰਧੀ ਆਉਂਦੀ ਹੈ। ਇਹ ਸਾਰੇ ਸੁਗੰਧੀ ਵਾਲੇ ਦਰਖਤ ਨੇ, ਅਗਰ, ਤਗਰ, ਚਿਕੜੀ ਤੇ ਸਭ ਤੋਂ ਉੱਤਮ 52 ਚੰਦਨ, ਜਿਹੜਾ ਸਾਰੇ ਮਾਹੌਲ ਨੂੰ ਮਹਿਕ ਨਾਲ ਮੁਅੱਤਰ ਕਰ ਦਿੰਦਾ। ਬੜਾ ਸੋਹਣਾ ਲਾਈਟ ਖੁਸ਼ਬੂ ਹੁੰਦੀ ਹੈ। ਇਹ ਲਾਉਣ ਨਾਲ ਜਾਂ ਇਹ ਵਰਤਣ ਨਾਲ ਜ਼ੁਕਾਮ ਆਦਿਕ ਨਹੀਂ ਹੁੰਦਾ। ਕਈ ਐਸੀਆਂ ਜ਼ਹਿਰੀਲੀਆਂ ਸੁਗੰਧੀਆਂ ਹੁੰਦੀਆਂ ਨੇ, ਥੋੜ੍ਹਾ ਜਿਹਾ ਲਾ ਲਓ ਤੇ ਸਾਰਾ ਦਿਨ ਸਿੱਕਾਂ ਵੱਜਦੀਆਂ ਰਹਿੰਦੀਆਂ। ਤੇ ਅੱਜ ਕੱਲ੍ਹ ਤੇ ਮੈਂ ਅਰਜ਼ ਕਰਾਂ, ਬੰਦਾ ਡਰਦਾ ਹੀ ਹੈ। ਜੇ ਕੋਈ ਇਹੋ ਜਿਹੀ ਤਿੱਖੀ ਸੁਗੰਧੀ ਲਾ ਬੈਠਾ ਤੇ ਸਿੱਕਾਂ ਆਉਣ ਲੱਗ ਪਈਆਂ ਤੇ ਮੁਹੱਲੇ ਨੇ ਰੌਲਾ ਪਾ ਦੇਣਾ ਵੀ ਇਹਨੂੰ ਕਰੋਨਾ ਹੋ ਗਿਆ, ਫੜ ਕੇ ਲੈ ਜਾਓ। ਇਹੋ ਜਿਹੇ ਮੈਂ ਅਰਜ਼ ਕਰਾਂ ਬੜੇ ਤੁਹਾਨੂੰ ਮਿਲ ਜਾਣਗੇ, ਜਿਹੜੇ ਤਿੱਖੀਆਂ ਸੁਗੰਧੀਆਂ ਨੇ ਪਰ ਹੈ ਨਿਰੇ ਕਰੋਨੇ ਨੇ, ਹੋਰ ਕੱਖ ਨਹੀਂ। ਕਈਆਂ ਦਾ ਤੇ ਨਾਂ ਹੀ ਪੈ ਗਿਆ ਹੋਇਆ ਕਰੋਨਾ। ਮੈਂ ਅਰਜ਼ ਕਰਨਾ ਚਾਹੁੰਦਾ, ਪਰ ਕੁਝ ਚੰਦਨ ਵਰਗੀ ਮਹਿਕ, ਜੀਵਨ ਵਾਲੇ, ਪ੍ਰੇਮ ਵਾਲੇ, ਜਪਣ ਵਾਲੇ ਗੁਰਸਿੱਖ ਚੋਹ ਦਿਸ ਮਹਿ ਲਪਟੈ ਹੀ ਤਲ। ਪਰ ਹੁਣ ਇਸ ਵੇਲੇ ਚੋਕੇ ਵਕਤ ਦਾ ਤਕਾਜ਼ਾ ਹੈ। ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆਉਂਦੇ ਵੀ ਸਮਾਂ ਵਧਾ ਲਓ, ਸਮਾਂ ਵਧਾ ਲਓ। ਤੇ ਮੈਂ ਉਹਨਾਂ ਨੂੰ ਕਹਿਣਾ, ਉਹਨਾਂ ਜਿੰਨਾ ਮਰਜ਼ੀ ਵਧਾ ਲਈਏ, ਤੁਹਾਨੂੰ ਥੋੜ੍ਹਾ ਹੀ ਲੱਗਣਾ। ਪਤਾ ਕਿਉਂ? ਕਿਉਂਕਿ ਜਿਨ੍ਹਾਂ ਦੀ ਸੁਰਤ ਗੁਰੂ ਵੱਲ ਹੈ ਨਾ,
ਉਹਨਾਂ ਨੂੰ ਸਮਾਂ ਥੋੜਾ ਹੀ ਲੱਗਣਾ ਹੈ। ਪਰ ਜਿਨ੍ਹਾਂ ਦੀ ਸੁਰਤ ਗੁਰੂ ਵੱਲ ਨਹੀਂ, ਉਹਨਾਂ ਸੋਚਣਾ ਵੀ ਇਹ ਤੇ ਕੰਮ ਮੁੱਕਦਾ ਹੀ ਨਹੀਂ, ਭਾਈ ਜੀ ਗਿੱਲਾ ਪੀਣ ਪਾ ਲੈਂਦੇ ਨੇ, ਖਰੋ ਕਦੋਂ ਮੁੱਕੇਗਾ। ਇਹ ਆਪਣੀ ਆਪਣੀ ਸੁਰਤ ਹੈ। ਇਤਨਾ ਹੀ ਸਮਾਂ ਜੋ ਬਖਸ਼ਿਸ਼ ਹੋਇਆ ਪ੍ਰਵਾਨ ਕਰਨਾ। ਆਓ ਸਾਰੇ ਮਿਲ ਕੇ 2 ਮਿੰਟ ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਬਹੁਤ ਸਾਰੀਆਂ ਸੰਗਤਾਂ ਤਖਤ ਪਟਨਾ ਸਾਹਿਬ ਵਾਸਤੇ ਸੇਵਾਵਾਂ ਭੇਜ ਰਹੀਆਂ ਨੇ, ਹੋਰ ਵੀ ਲੋੜ ਹੈ ਵੱਧ ਚੜ ਕੇ ਉਪਰਾਲਾ ਕਰੋ। ਮਹਾਰਾਜ ਮਿਹਰਾਂ ਕਰ ਦੇਵਣ। ਵਾਹਿਗੁਰੂ 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 ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ